गुरु नानक देव सच्चे पातशाह महाराज जी दे इस संसार ते आउण तो पहिलां दे हालात, गुरु नानक देव महाराज जी दे समय दे हालात, गुरु नानक देव महाराज जी ने जगत दा भला किवें कीता, ये अज दी अपनी विचार दा मुख केंद्र बिंदु होएगा। इहदे विच दुआले सारी अपनी विचार चलनी है। आओ साध संगत, जितनी भी संगत गुरु चरना च आप जी बैठे हो, एक बार सारे गज बज के फतेह बुलाइए। कोई रसना वांझी ना रहे, असीस बख्शो ते आखो जी वाहिगुरु जी का खालसा वाहिगुरु जी की फतेह। मैं अपनी गल शुरू करन तो पहला इत्थों शुरू करांगा कि गुरु नानक देव सच्चे पातशाह महाराज जी नूं संसार ते आउणा क्यों पिया, उहदे तो पहला थोड़ा जिहा झात मारना बड़ा जरूरी है। तो बहुत संखेप जी गल करांगा मैं, वैसे लड़ी तो बहुत लम्मी है वो, पर मैं उहदे विचों कुछ उदाहरणां देणीਆਂ ने। सन 1263 सी ते इत्थे कुतुबुद्दीन ऐबक दा राज सी। सन 1263 विच कुतुबुद्दीन ऐबक दा इत्थे राज सी। उसने की कीता, 700 पहला मंदिर तोड़े उन्हें, 700 मंदिर तोड़ के हज़ारां हिंदुआं दा कतलेआम कीता उन्हें, मेरठ शहर नूं जित्तिया उन्हें। उस तो बाद वो कलंजर शहर नूं जितदा है, ਉਹਦੇ ਵਿੱਚ 113 ਮੰਦਰ ਤੋੜਦਾ ਹੈ, 33,000 ਹਿੰਦੂਆਂ ਨੂੰ ਮਾਰਦਾ ਹੈ ਤੇ 50,000 ਲੜਕੀਆਂ ਨੂੰ ਉਹ ਗਜਨੀ ਦੇ ਬਾਜ਼ਾਰ ਵਿੱਚ ਟਕੇ ਟਕੇ ਤੇ ਵੇਚਦਾ ਹੈ। ਸਮਾਂ ਆਉਂਦਾ 1346 ਦਾ। ਮੈਂ ਸਿਰਫ ਛੋਟੀ ਜੀ ਗੱਲ ਕਰਨ ਲੱਗਾ, ਲੜੀ ਬਹੁਤ ਵੱਡੀ ਏ, ਸਿਰਫ ਤੁਸੀਂ ਦੇਖਿਓ ਵੀ ਹਾਲਾਤ ਕੀ ਸਨ। 1346 ਈਸਵੀ ਦਾ ਮੈਂ ਜ਼ਿਕਰ ਕਰ ਰਿਹਾ। ਫਿਰੋਜ਼ ਸ਼ਾਹ ਖਿਲਜੀ ਆਉਂਦਾ ਹੈ, ਉਸਨੇ ਆ ਕੇ ਦੱਖਣ ਦੇਸ਼ ਨੂੰ ਫਤਿਹ ਕੀਤਾ ਹੈ। ਦੱਖਣ ਦੇਸ਼ ਫਤਿਹ ਕਰਨ ਤੋਂ ਬਾਅਦ ਉਹਨੇ ਕੀ ਕੀਤਾ ਵੀ ਹਿੰਦੂਆਂ ਦੇ ਘਰਾਂ ਵਿੱਚ ਕੋਈ ਕੀਮਤੀ ਸਮਾਨ ਨਹੀਂ ਰਹਿ ਦਿੱਤਾ। ਇੰਨਾ ਉਜਾੜਾ ਕੀਤਾ ਕਿ ਜਿਹਦੀ ਕਹਿ ਲਓ ਕਿ ਹੱਦਾਂ ਹੀ ਪਰੇ ਕਰ ਗਿਆ ਉਹ ਵੀ। ਉਸਨੇ 200 ਜਲਾਦ ਹਰ ਵੇਲੇ ਆਪਣੇ ਨਾਂ ਰੱਖਦਾ ਸੀ ਤੇ 1000 ਹਿੰਦੂ ਦਾ ਰੋਜ਼ ਕਤਲ ਕਰਕੇ ਰੋਟੀ ਖਾਂਦਾ ਸੀ। ਮੈਂ ਤਾਂ ਗੱਲ ਕਰਨ ਲੱਗਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਸੀਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲੱਗੇ। ਪਹਿਲਾਂ ਦੇਖੀਏ ਤੇ ਸਹੀ ਵੀ ਅਸੀਂ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸੰਸਾਰ ਤੇ ਪਰਮਾਤਮਾ ਨੇ ਭੇਜਿਆ ਤੇ ਹੋ ਕੀ ਰਿਹਾ ਸੀ ਉਦੋਂ। ਉਸ ਤੋਂ ਬਾਅਦ ਸਮਾਂ ਆਉਂਦਾ ਹੈ ਸਨ 1426 ਦਾ। ਉਹਦੇ ਉਸ ਵੇਲੇ ਬਾਦਸ਼ਾਹ ਦਿੱਲੀ ਦੇ ਵਿੱਚ ਇਉਂ ਕਹਿ ਲਓ ਕਿ ਅਲਾਉਦੀਨ ਸਿਕੰਦਰ ਜਿਹਨੂੰ ਕਹਿੰਦੇ ਆ, ਇਹ ਸਿਕੰਦਰ ਉਹ ਨਹੀਂ, ਦੂਸਰਾ ਹੈ। ਮੈਂ ਬੇਨਤੀ ਕਰਨ ਲੱਗਿਆ 1426 'ਚ ਇਹ ਪੁਰਾਣੀ ਦਿੱਲੀ 'ਚ ਇੱਕ ਕਿਲ੍ਹਾ ਬਣਾਉਂਦਾ ਹੈ। ਉਸ ਕਿਲ੍ਹੇ ਨੂੰ ਬਣਾਉਣ ਲੱਗਿਆ ਇਹਨੇ ਕੀ ਕੀਤਾ ਵੀ 11,000 ਮੰਦਰ ਤੋੜੇ, 14,000 ਹਿੰਦੂ ਜਿਹੜੇ ਮੁਖੀ ਸਨ ਉਹਨਾਂ ਦੇ ਕਤਲ ਕਰਕੇ ਜਿਹੜਾ ਕਿਲ੍ਹਾ ਬਣਾਇਆ, ਕਿਲ੍ਹੇ ਦੇ ਕਿੰਗਰਿਆਂ ਦੇ ਉੱਤੇ ਇੱਕ ਇੱਕ ਸਿਰ ਰੱਖਿਆ, ਉਹਦੇ ਉੱਤੇ ਦੀਵੇ ਜਗਾਏ ਸੀ ਇਹਨੇ। ਇਹ ਤਾਂ ਸਿਰਫ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਝਾਕੀ ਦੱਸੀ ਹੈ, ਇਹ ਤਾਂ ਬਹੁਤ ਲੰਮੀ ਚੌੜੀ ਗਾਥਾ ਹੈ। ਇਹ ਇੱਦਾਂ ਦਾ ਸਮਾਂ ਸੀ ਉਸ ਵੇਲੇ, ਹਾਲਾਤ ਇਹ ਸਨ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀ ਇੱਕ ਪੌੜੀ ਵਿੱਚ ਇਹਦਾ ਸਾਰਾ ਹੀ ਜ਼ਿਕਰ ਕਰ ਦਿੱਤਾ ਹੈ। ਜੋ ਮੈਂ ਤੁਹਾਨੂੰ ਦੱਸਿਆ ਵੀ ਸਮਾਂ ਕੀ ਸੀ ਉਸ ਵੇਲੇ ਚੱਲਦਾ। ਭਾਈ ਸਾਹਿਬ ਭਾਰਤ ਦੀ ਦਸ਼ਾ ਦਾ ਹਾਲਾਤ ਬਿਆਨ ਕਰਦਿਆਂ ਕਹਿੰਦੇ ਨੇ, ਕੱਲ ਆਈ ਕੁੱਤੇ ਮੂੰਹੀ ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਭਾਈ ਸਾਹਿਬ ਜੀ ਕਹਿੰਦੇ ਜਿਹੜੀ ਵਾੜ ਨੇ ਖੇਤ ਨੂੰ ਬਚਾਉਣਾ ਸੀ ਉਹ ਖੇਤ ਨੂੰ ਉਜਾੜਨ 'ਚ ਲੱਗੀ ਹੋਈ ਹੈ। ਕੱਲ ਆਈ ਕੁੱਤੇ ਮੂੰਹੀ, ਲੋਕਾਂ ਦੇ ਹਾਲਾਤ ਇਦਾਂ ਦੇ ਬਣ ਗਏ ਸਨ ਜਿਵੇਂ ਕੁੱਤੇ ਦੇ ਮੂੰਹ ਨੂੰ ਖੂਨ ਲੱਗਾ ਹੁੰਦਾ ਹੈ ਨਾ, ਇਦਾਂ ਦੇ ਹਾਲਾਤ ਉਸ ਵੇਲੇ ਬਣੇ ਪਏ ਸਨ। ਕੱਲ ਆਈ ਕੁੱਤੇ ਮੂੰਹੀ ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਪਰਜਾ ਅੰਧੀ ਗਿਆਨ ਬਿਨ, ਲੋਕੀ ਵੀ ਅਗਿਆਨੀ ਇੰਨੇ ਹੋ ਚੁੱਕੇ ਸਨ। ਕੂੜ ਕਸਤ ਮੁੱਖੋਂ ਆਲਾਈ, ਜੋ ਕੁਝ ਮੂੰਹ ਚ ਆਉਂਦਾ ਸੀ ਲੋਕੀ ਬੋਲੀ ਜਾਂਦੇ ਸਨ। ਤੇ ਭਾਈ ਸਾਹਿਬ ਕਹਿੰਦੇ ਪਰਜਾ ਅੰਧੀ ਗਿਆਨ ਬਿਨ, ਕੂੜ ਕਸਤ ਮੁੱਖੋਂ ਆਲਾਈ। ਭਾਈ ਸਾਹਿਬ ਜੀ ਕਹਿੰਦੇ ਚੇਲੇ ਸਾਜ ਵਜਾਏ ਦੇ ਨੱਚਨ ਗੁਰੂ ਬਹੁਤ ਵਿਦ ਭਾਈ। ਉਹ ਧਾਰਮਿਕ ਤੌਰ ਤੇ ਦਸ਼ਾ ਇਹ ਬਣੀ ਸੀ, ਚੇਲੇ ਸਾਜ ਵਜਾਉਂਦੇ ਸੀ ਤੇ ਗੁਰੂ ਨੱਚਦੇ ਪਏ ਸਨ। ਚੇਲੇ ਸਾਜ ਵਜਾਏ ਦੇ ਨੱਚਨ ਗੁਰੂ ਬਹੁਤ ਵਿਦ ਭਾਈ। ਤੇ ਭਾਈ ਸਾਹਿਬ ਜੀ ਕਹਿੰਦੇ ਸੇਵਕ ਬੈਠਣ ਘਰਾਂ ਵਿੱਚ, ਸੇਵਕ ਘਰਾਂ 'ਚ ਬੈਠੇ ਸੀ ਤੇ ਗੁਰੂ ਉਹਨਾਂ ਦੇ ਘਰਾਂ 'ਚ ਜਾ ਕੇ ਮੰਗਦੇ ਫਿਰਦੇ ਸਨ। ਇਹ ਧਾਰਮਿਕ ਤੌਰ ਤੇ ਦਸ਼ਾ ਇਹ ਬਣੀ ਪਈ ਸੀ। ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਨਾੜੇ ਜਾਈ। ਤੇ ਭਾਈ ਸਾਹਿਬ ਜੀ ਕਹਿੰਦੇ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਤੇ ਸਮਾਜਿਕ ਹਾਲਤ ਕੀ ਸੀ ਭਲਾ ਸਾਡੀ? ਇਸਤਰੀ ਪੁਰਖ ਹੈ ਦਾਮ ਹਿੱਤ, ਪਤੀ ਪਤਨੀ ਕਹਿੰਦੇ ਸੀ ਪੈਸਾ ਚਾਹੀਦਾ ਜੋ ਮਰਜ਼ੀ ਕਰੋ। ਭਾਈ ਸਾਹਿਬ ਦੇ ਬੋਲ ਨੇ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਓ ਕਿਥਾਹੂ ਜਾਹੀ, ਵਰਤਿਆ ਪਾਪ ਸਭ ਸ ਜਗ ਮਾਹੀ।
ਭਾਈ ਸਾਹਿਬ ਨੇ ਇੱਕ ਪੌੜੀ ਵਿੱਚ ਹੀ ਸਾਰਾ ਜ਼ਿਕਰ ਕਰਤਾ ਵੀ ਕੀ ਹੋ ਰਿਹਾ ਸੀ ਇੱਥੇ। ਰਾਜੇ ਪਾਪ ਕਰਦੇ ਸਨ, ਧਾਰਮਿਕ ਤੌਰ ਤੇ ਦਸ਼ਾ ਇਹ ਬਣੀ ਪਈ ਸੀ, ਗੁਰੂ ਘਰਾਂ 'ਚ ਜਾ ਕੇ ਨੱਚਦੇ ਪਏ ਸਨ, ਚੇਲੇ ਸਾਜ਼ ਵਜਾਉਂਦੇ ਪਏ ਸੀ, ਕਾਜੀ ਰਿਸ਼ਵਤੀ ਹੋਏ ਚੁੱਕੇ ਸਨ, ਤੇ ਜਿਹੜੇ ਇਸਤਰੀ ਪੁਰਸ਼ ਸਨ, ਆਮ ਜਿਹੜਾ ਸਮਾਜ ਜੀਵਨ ਸੀ ਉਹ ਇਹ ਬਣ ਗਿਆ ਸੀ। ਉਹ ਕਹਿੰਦੇ ਸੀ ਪੈਸਾ ਚਾਹੀਦਾ, ਜੋ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਜੋ ਮਰਜ਼ੀ ਮੰਦ ਕਰਮ ਕਰੋ, ਚੰਗੇ ਕਰੋ, ਸਾਨੂੰ ਤਾਂ ਸਿਰਫ ਪੈਸਾ ਚਾਹੀਦਾ ਹੈ। ਭਾਈ ਸਾਹਿਬ ਕਹਿੰਦੇ ਹਾਲਾਤ ਇਹ ਸਨ। ਇਹਨਾਂ ਹਾਲਾਤਾਂ ਵਿੱਚੋਂ ਫਿਰ ਅਰਦਾਸ ਨਿਕਲਦੀ ਹੈ, ਇਹਨਾਂ ਹਾਲਾਤਾਂ ਵਿੱਚੋਂ ਇੱਕ ਪੁਕਾਰ ਨਿਕਲਦੀ ਹੈ, ਉਹ ਧਰਤੀ ਤੇ ਵਸਣ ਵਾਲੇ ਜੀਵਾਂ ਦੀ, ਜਿਨ੍ਹਾਂ ਦੀ ਇਹ ਦੁਰਦਸ਼ਾ ਹੋਈ ਪਈ ਸੀ ਵੀ ਰਾਜਿਆਂ ਤੋਂ ਵੀ ਦੁਖੀ, ਉਹ ਜਿਹੜੇ ਧਾਰਮਿਕ ਤੌਰ ਤੇ ਲੋਕਾਂ ਉਹਨਾਂ ਤੋਂ ਵੀ ਦੁਖੀ, ਸਮਾਜ ਦੀ ਵੀ ਹਾਲਤ ਬਹੁਤ ਚੰਗੀ ਨਹੀਂ ਸੀ। ਇਸ ਧਰਤੀ ਤੇ ਹੋ ਰਹੇ ਜ਼ੁਲਮ ਵਿੱਚੋਂ ਫਿਰ ਜਿਹੜੇ ਜੀਵ ਧਰਤੀ ਸੀ, ਅਸੀਂ ਉਹਨਾਂ ਨੇ ਪੁਕਾਰ ਕੀਤੀ। ਉਸ ਪੁਕਾਰ ਵਿੱਚੋਂ ਹੁਣ ਆਪਾਂ ਜ਼ਿਕਰ ਕਰਨ ਲੱਗੇ ਹਾਂ ਗੁਰੂ ਨਾਨਕ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਥੋੜਾ ਜਿਹਾ ਤੁਹਾਡਾ ਧਿਆਨ ਫਿਰ ਪਿੱਛੇ ਲਿਜਾਣਾ ਚਾਹਾਂਗਾ। ਤਰਨ ਤਾਰਨ ਦੇ ਜ਼ਿਲ੍ਹੇ ਅੰਦਰ, ਅੱਜ ਤਰਨ ਤਾਰਨ ਜ਼ਿਲ੍ਹਾ ਵੱਜਦਾ ਹੈ, ਤਰਨ ਤਾਰਨ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ ਜਾਮਾ ਰਾਏ। ਜਾਮਾ ਰਾਏ ਪਿੰਡ ਦੇ ਨਾਲ ਇੱਕ ਪਿੰਡ ਹੈ ਪੱਠੇ ਵਿੰਡ। ਜਿਹੜੇ ਇਸ ਇਲਾਕੇ ਦੇ ਵੀਰ ਨੇ ਉਹਨਾਂ ਨੂੰ ਜ਼ਰੂਰ ਪਤਾ ਲੱਗ ਜਾਏਗਾ। ਜਾਮਾ ਰਾਏ ਲਾਗੇ ਪੱਠੇ ਵਿੰਡ ਇੱਕ ਪਿੰਡ ਹੈ। ਉੱਥੇ ਬਹੁਤ ਹੀ ਇੱਕ ਪਿਆਰੀ ਆਤਮਾ ਸੀ ਭਾਈ ਸ਼ਿਵਰਾਮ ਜੀ, ਤੇ ਉਹਨਾਂ ਦੀ ਧਰਮ ਪਤਨੀ ਸੀ ਮਾਤਾ ਬਨਾਰਸੀ ਜੀ। ਕਈ ਵਾਰ ਕਈ ਸਵਾਲ ਕਰ ਦਿੰਦੇ ਆ, ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਦਾਦੇ ਤੇ ਨਾਨਿਆਂ ਦਾ ਨਾਮ ਹੀ ਤੁਹਾਨੂੰ ਆਉਂਦਾ ਕਿ ਨਹੀਂ। ਤੇ ਮੈਂ ਕੋਸ਼ਿਸ਼ ਕੀਤੀ ਲੱਭਣ ਦੀ, ਵੀ ਮੈਂ ਅੱਜ ਉਹ ਗੱਲ ਹੀ ਉੱਥੋਂ ਸ਼ੁਰੂ ਕਰ ਲੈਣਾ ਹਾਂ, ਦਾਦਕਿਆਂ ਤੇ ਨਾਨਕਿਆਂ ਤੋਂ ਹੀ। ਭਾਈ ਸ਼ਿਵ ਰਾਮ ਜੀ ਤੇ ਉਹਨਾਂ ਦੇ ਘਰੋਂ ਮਾਤਾ ਬਨਾਰਸੀ ਜੀ ਬੜੀ ਹੀ ਭਗਤੀ ਵਾਲੀ ਰੂਹ ਹੈ। ਉਹਦੇ ਘਰ 2 ਪੁੱਤਰ ਪੈਦਾ ਹੁੰਦੇ ਹੈ। ਵੱਡੇ ਦਾ ਨਾਂ ਰੱਖਿਆ ਕਾਲੂ ਜੀ ਤੇ ਛੋਟੇ ਦਾ ਨਾਂ ਰੱਖਿਆ ਲਾਲੂ ਜੀ। ਕਾਲੂ ਤੋਂ ਭਾਵ ਹੋ ਗਿਆ ਮਹਿਤਾ ਕਲਿਆਣ ਦਾਸ ਜੀ। ਇਹ ਉਹਨਾਂ ਦੇ 2 ਪੁੱਤਰ ਨੇ, ਭਾਈ ਸ਼ਿਵ ਰਾਮ ਤੇ ਮਾਤਾ ਬਨਾਰਸੀ। ਚੇਤਾ ਰੱਖਿਓ ਜੇ ਗੁਰੂ ਨਾਨਕ ਸਾਹਿਬ ਦੇ ਦਾਦਾ ਤੇ ਦਾਦੀ ਦਾ ਮੈਂ ਜ਼ਿਕਰ ਕੀਤਾ ਜੇ। ਇਹਨਾਂ ਦਾ ਜਿਹੜਾ ਪਿੰਡ ਹੈ ਪੱਠੇ ਵਿੰਡ, ਤਰਨ ਤਾਰਨ ਦੇ ਨੇੜੇ 11 ਕੁ ਮੀਲ ਦੀ ਵਿੱਥ ਤੇ ਹੈ। ਜਾਮਾ ਰਾਏ ਦੇ ਲਾਗੇ ਪਿੰਡ ਹੈ ਇਹ। ਉੱਥੋਂ ਸਾਧ ਸੰਗਤ ਜੀ ਜਿਹੜੇ ਮਹਿਤਾ ਕਲਿਆਣ ਦਾਸ ਨੇ, ਇਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ ਇੱਧਰ ਪਿੰਡ, ਇਹ ਕਹਿ ਲਓ ਕਿ ਰਾਏ ਭੋਏ ਦੀ ਤਲਵੰਡੀ, ਇਹ ਪਟਵਾਰੀ ਲੱਗ ਜਾਂਦੇ ਨੇ ਇੱਧਰ। ਇਹਨਾਂ ਦੀ ਸ਼ਾਦੀ ਵੀ ਇਸ ਇਲਾਕੇ ਵਿੱਚ ਪਿੰਡ ਚਾਲ 'ਚ ਹੁੰਦੀ ਹੈ। ਤੇ ਗੁਰੂ ਨਾਨਕ ਸਾਹਿਬ ਦੇ ਨਾਨੇ ਨਾਨੀ ਦਾ ਨਾਮ ਵੀ ਚੇਤੇ ਰੱਖ ਲਿਓ ਜੀ। ਮਹਿਤਾ ਕਲਿਆਣ ਦਾਸ ਦੀ ਜਿਸ ਘਰ ਵਿੱਚ ਸ਼ਾਦੀ ਹੁੰਦੀ ਹੈ, ਜਿਸ ਪਰਿਵਾਰ ਵਿੱਚ ਸ਼ਾਦੀ ਹੁੰਦੀ ਹੈ, ਉਹਨਾਂ ਦੇ ਸਹੁਰਾ ਸਾਹਿਬ ਦਾ ਨਾਂ ਹੈ ਭਾਈ ਰਾਮ ਜੀ, ਤੇ ਉਹਨਾਂ ਦੀ ਸੱਸ ਦਾ ਨਾਂ ਹੈ ਸਾਧ ਸੰਗਤ ਜੀ ਮਾਤਾ ਭਰਾਈ ਜੀ। ਇਹਨਾਂ ਦੇ ਘਰ ਵਿੱਚ ਫਿਰ ਇਉਂ ਕਹਿ ਲਓ ਮਾਤਾ ਭਰਾਈ ਜੀ ਤੇ ਜਿਹੜਾ ਭਾਈ ਰਾਮ ਜੀ ਹੈ, ਇਹਨਾਂ ਦੇ ਘਰ ਵਿੱਚ ਜਿਹੜੀ ਬੱਚੀ ਪੈਦਾ ਹੁੰਦੀ ਹੈ ਉਹਦਾ ਨਾਂ ਤ੍ਰਿਪਤਾ ਹੈ, ਜਿਹਨੂੰ ਅਸੀਂ ਮਾਤਾ ਤ੍ਰਿਪਤਾ ਜੀ ਕਰਕੇ ਕਹਿਣਾ ਹੈ। ਫਿਰ ਸ਼ਾਇਦ ਤੁਹਾਨੂੰ ਚੇਤਾ ਰਹਿ ਜਾਏ ਕਿ ਭਾਈ ਸ਼ਿਵ ਰਾਮ ਤੇ ਮਾਤਾ ਬਨਾਰਸੀ ਇਹ ਗੁਰੂ ਨਾਨਕ ਸਾਹਿਬ ਦੇ ਦਾਦਾ ਦਾਦੀ ਹੋ ਗਏ। ਭਾਈ ਰਾਮ ਜੀ ਤੇ ਮਾਤਾ ਭਰਾਈ ਜੀ ਇਹ ਗੁਰੂ ਨਾਨਕ ਸਾਹਿਬ ਦੇ ਨਾਨਾ ਨਾਨੀ ਜੀ ਹੋ ਗਏ। ਤੇ ਸਾਧ ਸੰਗਤ ਸਮਾਂ ਆਪਣੀ ਚਾਲੇ ਚੱਲਿਆ। ਇਸ ਘਰ ਵਿੱਚ ਇੱਕ ਬੱਚੀ ਨੇ ਪੈਦਾ ਹੋਈ, ਮਹਿਤਾ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ ਘਰ ਵਿੱਚ। ਉਹਦਾ ਜਨਮ ਹੁੰਦਾ 1464 ਵਿੱਚ। ਗੁਰੂ ਨਾਨਕ ਸਾਹਿਬ ਨਾਲੋਂ 5 ਸਾਲ ਵੱਡੇ ਸਨ ਬੇਬੇ ਨਾਨਕੀ ਜੀ। ਇਸ ਬੱਚੀ ਦਾ ਜਨਮ ਹੁੰਦਾ ਹੈ। ਉਹ ਨਾਨਕੇ ਘਰ ਵਿੱਚ ਪੈਦਾ ਹੋਣ ਕਰਕੇ ਉਹਦਾ ਨਾਂ ਰੱਖਿਆ ਗਿਆ ਨਾਨਕੀ। ਪਰਮਾਤਮਾ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਬੱਚੀ ਕਰਦੀ ਰਹੀ। 5 ਸਾਲ ਦੀ ਜਦੋਂ ਉਮਰ ਆਰਜੂ ਹੋਈ ਤੇ ਇਸੇ ਘਰ ਦੇ ਵਿੱਚ ਹੁਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਮਹਿਤਾ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਨ 1469 ਨੂੰ ਪ੍ਰਕਾਸ਼ ਹੁੰਦਾ ਮਹਾਰਾਜ ਦਾ। ਬੇਬੇ ਨਾਨਕੀ ਤੋਂ 5 ਸਾਲ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ ਹੈ, ਪ੍ਰਕਾਸ਼ ਹੋਇਆ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ, ਅੰਧੇਰ ਪਲੋਆ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ। ਤੇ ਭਾਈ ਸਾਹਿਬ ਕਹਿੰਦੇ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਨ ਥਾਪਣ ਸੋਆ, ਕਰ ਕਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ। ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਪ੍ਰਗਟ ਹੋਇਆ ਸ਼ਬਦ ਵਰਤਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ ਨੇ ਰਾਏ ਭੋਏ ਦੀ ਤਲਵੰਡੀ। ਇਉਂ ਕਹਿ ਲਓ ਕਿ ਸਤਿਗੁਰੂ ਦਾ 1469 ਈਸਵੀ ਨੂੰ ਪ੍ਰਕਾਸ਼। ਮਹਿਤਾ ਕਲਿਆਣ ਦਾਸ ਪਿਤਾ ਜੀ ਤੇ ਮਾਤਾ ਤ੍ਰਿਪਤਾ ਜੀ ਉਹਨਾਂ ਦੇ ਮਾਤਾ ਜੀ। ਹੁਣ ਆਪਾਂ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀ ਗੱਲ ਸ਼ੁਰੂ ਕਰ ਰਹੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਦਾ ਆਗਮਨ ਹੁੰਦਾ, ਪ੍ਰਕਾਸ਼ ਹੁੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਜਿਸ ਵੇਲੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਦਰਸ਼ਨ ਹੁੰਦੇ ਹੈ ਉਹ ਦਾਈ ਦੌਲਤਾਂ ਨੂੰ ਹੁੰਦੇ ਆ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ। ਕਿਉਂਕਿ ਉਸ ਦਾਈ ਦੌਲਤਾਂ ਦੇ ਰਾਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਉਂ ਕਹਿ ਲਓ
ਜਨਮ ਹੁੰਦਾ ਹੈ, ਬੱਚੇ ਨੂੰ ਜਨਮ ਦਿਵਾਉਣ ਲਈ, ਜਿਵੇਂ ਉਸ ਵੇਲੇ ਦੇ ਜਿਸ ਤਰ੍ਹਾਂ ਹੁੰਦਾ ਸੀ, ਆਪ ਜੀ ਨੂੰ ਸਭ ਨੂੰ ਪਤਾ ਕਿ ਦਾਈ ਜਿਹੜੀ ਹੈ ਉਹ ਬੱਚੇ ਨੂੰ ਜਨਮ ਦਿਵਾਉਣ ਦੇ ਵਿੱਚ ਸਹਾਇਤਾ ਕਰਦੀ ਸੀ। ਉਹਦਾ ਨਾਂ ਦਾਈ ਦੌਲਤਾ। ਸਭ ਤੋਂ ਪਹਿਲਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ। ਮਹਿਤਾ ਕਲਿਆਣ ਦਾਸ ਜੀ ਇੱਕ ਥਾਲ ਵਿੱਚ ਹੀਰੇ ਮੋਤੀ ਤੇ ਪੈਸੇ ਲਿਆ ਕੇ ਉਸ ਦਾਈ ਦੌਲਤਾ ਨੂੰ ਦਿੰਦੇ। ਜਦੋਂ ਪਤਾ ਲੱਗਿਆ ਤੇਰੇ ਘਰ ਵਿੱਚ ਬੱਚੇ ਨੇ ਜਨਮ ਲਿਆ ਹੈ, ਉਸਨੇ ਕਿਹਾ ਸੀ ਕਿ ਮੈਂ ਅੱਜ ਤ੍ਰਿਪਤ ਹੋ ਗਈ ਹਾਂ, ਮੈਨੂੰ ਉਹ ਦੌਲਤ ਮਿਲ ਗਈ ਜਿਹੜੀ ਪਹਿਲਾਂ ਕਦੀ ਨਹੀਂ ਸੀ ਮਿਲੀ। ਮੇਰੇ ਹੱਥ ਵਿੱਚ ਅਨੇਕਾਂ ਬੱਚਿਆਂ ਨੇ ਜਨਮ ਲਏ, ਪਰ ਇਦਾਂ ਦਾ ਬੱਚਾ ਪਹਿਲਾਂ ਕਦੀ ਨਹੀਂ ਦੇਖਿਆ। ਜਿਸ ਬੱਚੇ ਨੇ ਅੱਜ ਜਨਮ ਲਿਆ, ਇਹਨੇ ਮੇਰੇ ਵੱਲੇ ਇਉਂ ਨਿਗਾਹ ਭਰ ਕੇ ਦੇਖਿਆ ਜਿਵੇਂ ਕੋਈ ਬਜ਼ੁਰਗ ਕਿਸੇ ਬੱਚੇ ਨੂੰ ਅਸੀਸ ਦੇ ਰਿਹਾ ਹੋਵੇ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜਾ ਭਾਈ ਸਾਹਿਬ ਨੇ ਸ਼ਬਦ ਵਰਤਿਆ ਨਾ ਕਿ ਪ੍ਰਗਟ ਹੋਏ ਨੇ ਗੁਰੂ ਮਹਾਰਾਜ ਜੀ, ਜਨਮ ਨਹੀਂ ਸ਼ਬਦ ਵਰਤਿਆ ਉਹਨਾਂ ਨੇ, ਪ੍ਰਗਟ ਹੋਏ। ਪ੍ਰਗਟ ਦਾ ਮਤਲਬ ਹੁੰਦਾ ਜੋ ਮੌਜੂਦ ਹੈ ਪਹਿਲਾਂ ਉਹ ਪ੍ਰਗਟ ਹੋ ਗਿਆ। ਇਹਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਦਾ ਸਾਕਾਰ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਧਰਤੀ ਉੱਤੇ ਪ੍ਰਕਾਸ਼ ਹੋਏ ਨੇ, ਉਹਨਾਂ ਦਾ ਆਗਮਨ ਹੁੰਦਾ ਹੈ। ਸਾਧ ਸੰਗਤ ਜੀ, ਸਮਾਂ ਆਪਣੀ ਚਾਲੇ ਚੱਲਦਾ ਹੈ। ਇਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੜ੍ਹਨੇ ਪਾਇਆ ਜਾਂਦਾ ਹੈ। ਮਹਾਰਾਜ ਬ੍ਰਿਜ ਭਾਸ਼ਾ ਸਿੱਖਦੇ ਹੈ, ਸੰਸਕ੍ਰਿਤ ਸਿੱਖਦੇ ਹੈ। ਹੁਣ ਮੈਂ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੀ ਤੁਹਾਡੇ ਨਾਲ ਗਾਥਾ ਸ਼ੁਰੂ ਕਰ ਰਿਹਾ। ਮਹਾਰਾਜ ਜਿਸ ਵੇਲੇ 9 ਸਾਲ ਦੀ ਆਜ਼ੂ ਹੁੰਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਘਰ 'ਚ ਸਾਰੇ ਪ੍ਰਬੰਧ ਕੀਤੇ ਗਏ ਜਨੇਊ ਪਾਉਣ ਦੇ ਲਈ। ਜਿੱਥੋਂ ਸਿੱਖ ਧਰਮ ਦੀ ਨੀਂਹ ਰੱਖੀ ਜਾਂਦੀ ਹੈ, ਉਹ ਦਿਨ ਹੈ ਜਿਸ ਦਿਨ ਮਹਾਰਾਜ ਨੂੰ ਜਨੇਊ ਪਾਉਣ ਦੀ ਗੱਲ ਚੱਲੀ ਹੈ। ਸਤਿਗੁਰੂ ਜੀ ਦੀ 9 ਸਾਲ ਦੀ ਉਮਰ ਹੋਈ ਤੇ ਮਹਾਰਾਜ ਨੂੰ ਜਨੇਊ ਪਾਉਣ ਦੇ ਲਈ ਸਾਰੇ ਪ੍ਰਬੰਧ ਕੀਤੇ ਗਏ ਨੇ। ਪੰਡਿਤ ਵੀ ਆ ਚੁੱਕਿਆ ਹੈ, ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਪਹੁੰਚ ਚੁੱਕੇ ਨੇ, ਸ਼ਰੀਕਾ ਬਰਾਦਰੀ ਸਾਰਾ ਇਕੱਠਾ ਹੋ ਚੁੱਕਿਆ ਹੈ ਤੇ ਕਿਸੇ ਨੂੰ ਕੋਈ ਨਹੀਂ ਸੀ ਪਤਾ ਵੀ ਅੱਜ ਕੀ ਵਾਪਰ ਜਾਣਾ ਇਸ ਘਰ ਦੇ ਅੰਦਰ। ਕਿਸੇ ਨੂੰ ਨਹੀਂ ਸੀ ਪਤਾ ਵੀ ਅੱਜ ਖੇਡ ਕੀ ਵਰਤੇਗੀ। ਇੱਥੋਂ ਤੱਕ ਕਿ ਮਾਂ-ਬਾਪ ਨੂੰ ਵੀ ਬਿਲਕੁਲ ਨਹੀਂ ਸੀ ਪਤਾ, ਭੈਣ ਨੂੰ ਵੀ ਬਿਲਕੁਲ ਨਹੀਂ ਸੀ ਪਤਾ। ਜਿਸ ਵੇਲੇ ਸਾਧ ਸੰਗਤ ਸਾਰੇ ਪ੍ਰਬੰਧ ਕੀਤੇ ਗਏ, ਮਹਾਰਾਜ ਨੂੰ ਚੌਂਕੀ ਤੇ ਬਿਠਾਇਆ ਗਿਆ। ਪੰਡਿਤ ਹਰਦਿਆਲ ਆਇਆ, ਉਹਨੇ ਆਪਣੇ ਝੋਲੇ ਵਿੱਚੋਂ ਜਾਂ ਖੀਸੇ ਵਿੱਚੋਂ ਉਹਨੇ ਇੱਕ ਸੂਤ ਕੱਢਿਆ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੱਥ ਵਿੱਚ ਸੂਤਰ ਦੇਖਦੇ ਹੈ, ਜਿਹਨੂੰ ਅਸੀਂ ਜਨੇਊ ਸ਼ਬਦ ਵਰਤਦੇ ਹਾਂ, ਉਹਨੇ ਆਪਣੇ ਹੱਥ ਵਿੱਚੋਂ ਕੱਢਿਆ। ਉਹ ਬਣਾਇਆ ਹੋਇਆ ਸੀ, ਉਹਨੇ ਪੂਰਾ ਤਿਆਰ ਕੀਤਾ ਹੋਇਆ ਸੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੇ ਅੱਗੇ ਵੱਧ ਕੇ ਇਉਂ ਮਹਾਰਾਜ ਦੇ ਸਿਰ ਦੇ ਉੱਤੋਂ ਦੀ ਗਲ ਵਿੱਚ ਪਾਉਣ ਲੱਗਿਆ, ਕੋਈ ਇੱਕ ਸਾਈਡ ਤੇ ਪਾਈਦਾ ਹੈ। ਜਦੋਂ ਪਾਉਣ ਲੱਗਿਆ ਤੇ ਮਹਾਰਾਜ ਨੇ ਬਾਂਹ ਫੜ ਲਈ। 9 ਸਾਲ ਦੀ ਉਮਰ ਹੈ ਮਹਾਰਾਜ ਦੀ। ਪੰਡਿਤ ਹਰਦਿਆਲ ਬੜਾ ਸਿਆਣੀ ਉਮਰ ਦਾ ਹੈ। ਮਹਾਰਾਜ ਉਹਦੀ ਇਉਂ ਕਰਕੇ ਬਾਂਹ ਫੜ ਲੈਂਦੇ ਗੁਰੂ ਨਾਨਕ ਦੇਵ ਮਹਾਰਾਜ, ਜਿਸ ਹੱਥ ਵਿੱਚ ਜਨੇਊ ਸੀ। ਮਹਾਰਾਜ ਨੇ ਬਾਂਹ ਫੜ ਲਈ। ਗੁਰਮੁਖੋ, ਤੁਸੀਂ ਜਰਾ ਨਿਗਾਹ ਮਾਰ ਕੇ ਦੇਖੋ, ਜਦੋਂ ਪੰਡਿਤ ਹਰਦਿਆਲ ਦੀ ਬਾਂਹ ਫੜੀ ਹੋਏਗੀ, ਇੱਕ ਵਾਰ ਇਉਂ ਕਹਿ ਲਓ ਕਿ ਧਰਤੀ ਥੱਲੇ ਜ਼ਮੀਨ ਹਿੱਲੀ, ਇਹ ਜ਼ਮੀਨ ਹਿੱਲੀ ਹੋਏਗੀ ਪੈਰਾਂ ਥੱਲਿਓਂ। ਵੀ ਅੱਜ ਤੱਕ ਜਿਹੜਾ ਕੋਈ ਪੁਜਾਰੀ ਹੈ ਉਹਨੂੰ ਤੇ ਕਿਸੇ ਦੀ ਹਿੰਮਤ ਨਹੀਂ ਪਈ ਕੁਝ ਕਹਿਣ ਦੀ। ਇਹ 9 ਸਾਲ ਦਾ ਬੱਚਾ ਉਹਦੀ ਬਾਂਹ ਫੜ ਲਿਆ, ਉਹ ਵੀ ਪੰਡਿਤ ਦੀ ਪ੍ਰੋਤ ਦੀ ਬਾਂਹ, ਤੇ ਬਾਂਹ ਫੜ ਕੇ ਮਹਾਰਾਜ ਕਹਿੰਦੇ ਨੇ ਕੀ ਕਰਨ ਲੱਗੇ ਹੋ? ਪਹਿਲਾ ਸਵਾਲ ਮਹਾਰਾਜ ਦਾ, ਕੀ ਕਰਨ ਲੱਗੇ ਹੋ? ਉਹਨੇ ਕਿਹਾ ਮੈਂ ਜਨੇਊ ਪਾਉਣ ਲੱਗਿਆ ਤੁਹਾਨੂੰ। ਮਹਾਰਾਜ ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਇਸ ਕਰਕੇ ਕਿਉਂਕਿ ਤੁਹਾਨੂੰ ਧਰਮੀ ਹੋਣਾ ਜ਼ਰੂਰੀ ਹੈ, ਤੇ ਧਰਮੀ ਬੰਦਾ ਉਹ ਹੋ ਸਕਦਾ ਹੈ ਜਿਹੜਾ ਜਨੇਊ ਪਾ ਲਵੇ। ਜਨੇਊ ਤੋਂ ਬਿਨਾਂ ਬੰਦਾ ਧਰਮੀ ਨਹੀਂ, ਉਹਦੀ ਆਤਮਾ ਪਵਿੱਤਰ ਸ਼ੁੱਧ ਨਹੀਂ ਹੋ ਸਕਦੀ। ਉਹਨੂੰ ਧਰਮ ਵਾਸਤੇ ਜਨੇਊ ਪਾਉਣਾ ਜ਼ਰੂਰੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਅਗਲਾ ਸਵਾਲ। ਮਹਾਰਾਜ ਕਹਿੰਦੇ ਜੇ ਧਰਮ ਵਾਸਤੇ ਜਨੇਊ ਹੋਣਾ ਪਾਉਣਾ ਜ਼ਰੂਰੀ ਹੈ, ਧਰਮੀ ਹੋਣ ਵਾਸਤੇ ਜਨੇਊ ਦਾ ਪਹਿਨਣਾ ਜ਼ਰੂਰੀ ਹੈ, ਤੇ ਮਹਾਰਾਜ ਕਹਿੰਦੇ ਮੇਰੇ ਘਰ ਵਿੱਚ 2 ਜਾਣੇ, ਪਿਤਾ ਜੀ ਤਾਂ ਚਲੋ ਅਸੀਂ ਕਹਿ ਸਕਦੇ ਕਿਉਂਕਿ ਜੇ ਉਹਨਾਂ ਨੂੰ ਅਸੀਂ ਕਹਿ ਲਈਏ ਗੁਰੂ ਨਾਨਕ ਮਹਾਰਾਜ ਦੇ ਪਿਤਾ ਨੇ ਜਨੇਊ ਨਾ ਪਾਇਆ ਹੋਵੇਗਾ, ਪਾਇਆ ਹੋ ਸਕਦਾ, ਕਿਉਂਕਿ ਜੀ ਉਹਨਾਂ ਨੂੰ ਥੋੜਾ ਪਤਾ ਵੀ ਕੀ ਘਰ 'ਚ ਖੇਡ ਵਾਪਰਨੀ ਹੈ। ਉਹ ਤੇ ਜਿਹੜੀਆਂ ਰੀਤਾਂ ਚੱਲਦੀਆਂ ਉਹਦੇ ਮੁਤਾਬਕ ਕਰ ਰਹੇ ਸਨ ਨਾ। ਜੇ ਪਾਇਆ ਸੀ ਤੇ ਤਾਂ ਹੀ ਅੱਗੇ ਪੁੱਤਰ ਨੂੰ ਪਾਉਣ ਦੇ ਪ੍ਰਬੰਧ ਕੀਤੇ ਸੀ ਨਾ। ਗੁਰਮੁਖੋ, ਇਹ ਸੋਚਣ ਵਾਲੀਆਂ ਗੱਲਾਂ ਨੇ। ਮਹਾਰਾਜ ਕਹਿੰਦੇ ਨੇ ਵੀ ਮੇਰੇ ਘਰ ਵਿੱਚ 2 ਜਾਣਿਆਂ ਦੇ ਗਲ ਜਨੇਊ ਨਹੀਂ ਹੈ, ਇੱਕ ਮਾਤਾ ਜੀ, ਇੱਕ ਭੈਣ ਜੀ। ਮਾਤਾ ਤ੍ਰਿਪਤਾ ਜੀ ਤੇ ਬੇਬੇ ਨਾਨਕੀ 5 ਸਾਲ ਵੱਡੀ ਮਹਾਰਾਜ ਨਾਲੋਂ। ਮਹਾਰਾਜ ਕਹਿੰਦੇ ਜਨੇਊ ਨਾ ਤੇ ਮੇਰੀ ਮਾਂ ਦੇ ਗਲ ਵਿੱਚ ਹੈ, ਨਾ ਮੇਰੀ ਭੈਣ ਦੇ ਗਲ ਵਿੱਚ। ਇਹਨਾਂ ਨੂੰ ਧਰਮ ਦੀ ਲੋੜ ਨਹੀਂ, ਇਹਨਾਂ ਦੀ ਆਤਮਾ ਸ਼ੁੱਧ ਦੀ ਲੋੜ ਨਹੀਂ, ਇਹਨਾਂ ਨੂੰ ਪਵਿੱਤਰਤਾ ਦੀ ਲੋੜ ਨਹੀਂ। ਉਹ ਗੁਰਮੁਖੋ, ਇਹ ਸਵਾਲ ਕਿਸੇ ਨੇ ਕੀਤਾ ਹੀ ਨਹੀਂ ਸੀ ਪਹਿਲਾਂ ਕਦੀ। ਗੁਰੂ ਨਾਨਕ ਦੇਵ ਮਹਾਰਾਜ ਨੇ ਇੰਨੀ ਗੱਲ ਕਹੀ ਤੇ ਪੰਡਤ ਦੇ ਵੀ ਉਹ ਕਹਿ ਲਓ ਵੀ ਮੱਥਾ ਠਣਕਿਆ ਉਹਦਾ, ਵੀ ਇਹ ਕੌਣ? ਇਹ ਬਾਲਕ ਨਹੀਂ ਕੋਈ, ਇਹ ਬੱਚਾ ਨਹੀਂ ਕੋਈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕੋ ਪੁੱਛਦੇ ਵੀ ਇਹਨਾਂ ਨੂੰ ਕਿਉਂ ਨਹੀਂ? ਪੰਡਤ ਹਰਦਿਆਲ ਕਹਿੰਦਾ ਜੋ ਧਾਰਮਿਕ ਗ੍ਰੰਥ ਕਹਿੰਦੇ ਐ ਉਹਨਾਂ ਦੇ ਮੁਤਾਬਕ ਇਹ ਹੈ ਕਿ ਔਰਤ ਜਨੇਊ ਨਹੀਂ ਪਾ ਸਕਦੀ। ਧਾਰਮਿਕ ਗ੍ਰੰਥ ਇਹ ਕਹਿੰਦੇ ਆ ਔਰਤ ਜਨੇਊ ਨਹੀਂ ਪਾ ਸਕਦੀ। ਮਹਾਰਾਜ ਕਹਿੰਦੇ ਫਿਰ ਜਿਹੜਾ ਧਰਮ
ਮੈਂ ਸ਼ਬਦ ਵਰਤ ਰਿਹਾ, ਮਹਾਰਾਜ ਕਹਿੰਦੇ ਜਿਹੜਾ ਧਰਮ ਭੈਣ ਤੇ ਭਰਾ ਵਿੱਚ ਫਰਕ ਪਾਵੇ ਮੈਨੂੰ ਉਹਦੀ ਲੋੜ ਨਹੀਂ, ਜਿਹੜਾ ਧਰਮ ਮਾਂ ਤੇ ਪੁੱਤ ਵਿੱਚ ਫਰਕ ਪਾਵੇ ਮੈਨੂੰ ਉਹਦੀ ਜ਼ਰੂਰਤ ਨਹੀਂ। ਉਹ ਧਰਮ ਕੀ ਹੋਇਆ ਜਿਹੜਾ ਮਾਂ ਤੇ ਪੁੱਤ ਵਿੱਚ ਵੰਡੀ ਪਾ ਦੇਵੇ, ਭੈਣ ਤੇ ਭਰਾ ਦੇ ਵਿੱਚ ਵੰਡੀ ਪਾ ਦੇਵੇ, ਮੈਂ ਉਸ ਧਰਮ ਨੂੰ ਕੀ ਕਰਨਾ ਹੈ। ਮਹਾਰਾਜ ਕਹਿੰਦੇ ਮੈਨੂੰ ਇਹਦੀ ਜ਼ਰੂਰਤ ਨਹੀਂ, ਇਸ ਤੇਰੇ ਧਾਗੇ ਦੀ ਲੋੜ ਨਹੀਂ। ਤੁਸੀਂ ਦੇਖੋ ਗੁਰਮੁਖੋ, ਮੈਂ ਸੁਣਾ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਸੁਰਤ ਲੈ ਕੇ ਜਾਓ ਉਸ ਵੇਲੇ, ਜਿਹੜਾ ਆਪਣੀ ਸੁਰਤ ਨੂੰ ਖੜੋ ਖਾਂ ਕਿ 9 ਸਾਲ ਦੀ ਉਮਰ ਹੋਵੇ ਤੇ ਸਦੀਆਂ ਤੱਕ ਜਿਹੜਾ ਕੰਮ ਹੁੰਦਾ ਹੋਇਆ ਹੋਵੇ, ਉਹਨੂੰ ਇੱਕ 9 ਸਾਲ ਦਾ, ਚਲੋ ਮੈਂ ਬੱਚਾ ਸ਼ਬਦ ਵਰਤਣ ਲੱਗਿਆ, ਗੁਰੂ ਮਹਾਰਾਜ ਜੀ ਵਾਸਤੇ ਅਸੀਂ ਬਾਲਕ ਸ਼ਬਦ ਤਾਂ ਨਹੀਂ ਵਰਤ ਸਕਦੇ, ਪਰ ਸਿਰਫ ਦੁਨਿਆਵੀ ਤੌਰ ਤੇ ਵਰਤ ਰਿਹਾ ਮੈਂ ਕਿ 9 ਸਾਲ ਦਾ ਉਸ ਵੇਲੇ ਮੌਕੇ ਦੇ ਹਾਲਾਤ ਦੇਖੋ ਨਾ, ਕਿ 9 ਸਾਲ ਦਾ ਬੱਚਾ ਸਦੀਆਂ ਜੋ ਕੰਮ ਹੁੰਦਾ ਆ ਰਿਹਾ ਤੇ ਪੰਡਿਤ ਨੂੰ ਫੜ ਕੇ ਕਹਿੰਦਾ ਮੈਂ ਤੇਰਾ ਧਰਮ ਨਹੀਂ ਮੰਨਦਾ। ਉਹ ਗੁਰਮੁਖੋ, ਇਹ ਗੁਰੂ ਨਾਨਕ ਸਾਹਿਬ ਦੇ ਹਿੱਸਿਆ, ਜਿਹਨੂੰ ਭਾਈ ਗੁਰਦਾਸ ਨੇ ਸ਼ੇਰ ਕਿਹਾ ਹੈ। ਉਹ ਮਰਦ ਸੂਰਮਾ ਸੀ ਮਹਾਰਾਜ, ਆਪਾਂ ਉਹਦਾ ਜ਼ਿਕਰ ਕਰਾਂਗੇ ਅੱਗੇ ਚੱਲ ਕੇ। ਤੇ ਭਾਈ ਉਸਨੇ ਜਦੋਂ ਕਿਹਾ ਵੀ ਇਹ ਨਹੀਂ ਪਾਇਆ ਜਾ ਸਕਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਨੂੰ ਫਿਰ ਇਸ ਦੀ ਜ਼ਰੂਰਤ ਕੋਈ ਨਹੀਂ ਹੈ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪੰਡਿਤ ਜੀ ਜਿਹੜਾ ਜਨੇਊ ਚਾਹੀਦਾ ਹੈ ਉਹ ਤੁਸੀਂ ਤਿਆਰ ਕਰੋ ਤੇ ਮੈਂ ਗਲ 'ਚ ਪਵਾਉਣ ਵਾਸਤੇ ਤਿਆਰ ਹਾਂ। ਉਹਨੇ ਕਿਹਾ ਮਹਾਰਾਜ ਕਿਹੜਾ ਜਨੇਊ? ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਬਾਲਕ ਜੀ ਕਿਹੜਾ ਜਨੇਊ? ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਉੱਥੇ ਸ਼ਬਦ ਕਹਿੰਦੇ ਐ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ 7 ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਮਹਾਰਾਜ ਕਹਿੰਦੇ ਜੇ ਤੇਰੇ ਕੋਲੇ ਹੈ ਤੇ ਦਇਆ ਦੀ ਕਪਾਹ ਲਿਆ, ਸੰਤੋਖ ਦਾ ਸੂਤ ਲਿਆ, ਉੱਚੇ ਆਚਨ ਦੀਆਂ ਵੱਟਾਂ ਦੇ ਤੇ ਸੱਚ ਦਾ ਉਹਨੂੰ ਵੱਟ ਚਾੜ, ਤੇ ਮਹਾਰਾਜ ਕਹਿੰਦੇ ਜੇ ਤੇਰੇ ਕੋਲੇ ਹੈ ਇਹ ਜਨੇਊ ਮੈਂ ਪਾਉਣ ਵਾਸਤੇ ਤਿਆਰ ਆ। ਮਹਾਰਾਜ ਕਹਿੰਦੇ ਨਾ ਇਹ ਟੁੱਟੇ ਨਾ ਮਣ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਜਿਹੜਾ ਆਹ ਜਨੇਊ ਪਾ ਲਏਗਾ ਉਹਦਾ ਪਾਰ ਉਤਾਰਾ ਹੋ ਜਾਏਗਾ। ਇਹ ਜਨੇਊ ਸੜਨਾ ਨਹੀਂ, ਇਹ ਜਨੇਊ ਨੇ ਖਤਮ ਨਹੀਂ ਹੋਣਾ, ਇਹ ਉਹਦੀ ਆਤਮਾ ਨਾਲ ਅੱਗੇ ਨਾਲ ਜਾਵੇਗਾ। ਖੈਰ ਮੈਂ ਬੇਨਤੀ ਕਰ ਲੱਗਿਆ, ਬੜਾ ਸੰਖੇਪ ਚੱਲਾਂਗੇ ਆਪਾਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਉਂ ਕਹਿ ਲਓ ਇਸ ਦਿਨ ਦੇ ਉੱਤੇ ਸਿੱਖ ਧਰਮ ਦੀ ਨੀਂਹ ਰੱਖ ਦਿੱਤੀ, ਜਦੋਂ ਮਹਾਰਾਜ ਨੇ ਕਿਹਾ ਮੈਂ ਜਨੇਊ ਨਹੀਂ ਪਾਣਾ। ਇੱਥੋਂ ਹੀ ਇਸ ਧਰਮ ਦੀ ਸ਼ੁਰੂਆਤ ਹੋ ਜਾਂਦੀ ਹੈ, ਕਿਉਂਕਿ ਮਹਾਰਾਜ ਨੇ ਉਸ ਕਰਮ ਨੂੰ ਨਹੀਂ ਮੰਨਿਆ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਗੁਰਮੁਖੋ ਅਸੀਂ ਜਾਣਦੇ ਹਾਂ ਕਿ ਮੱਝਾਂ ਚਾਰਨ ਵਾਲੀ ਸਾਖੀ ਆਉਂਦੀ ਹੈ। ਉਸ ਤੋਂ ਬਾਅਦ ਮਹਾਰਾਜ ਨੂੰ 20 ਰੁਪਏ ਦੇ ਕੇ ਖਰਾ ਸੌਦਾ ਕਰਨ ਦਾ ਜ਼ਿਕਰ ਆਉਂਦਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਤਿਗੁਰੂ ਉਸ ਖਰੇ ਸੌਦੇ ਵਾਸਤੇ ਤੁਰਦੇ ਹੈ। ਮਹਾਰਾਜ ਉਸ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਘਰੇ ਆਉਂਦੇ, ਜਿੱਥੋਂ ਅਸੀਂ ਕਹਿੰਦੇ ਹਾਂ ਕਿ ਲੰਗਰ ਦੀ ਮਰਜ਼ਾਦਾ ਪ੍ਰਥਾ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ੁਰੂ ਕਰ ਦਿੱਤੀ। ਮਹਾਰਾਜ ਉਹਨਾਂ ਨੂੰ ਭੋਜਨ ਛਕਾਉਂਦੇ ਹੈ, ਵਾਪਸ ਘਰੇ ਆਉਂਦੇ ਹੈ। ਰਾਏ ਬੁਲਾਰ ਮਹਾਰਾਜ ਦਾ ਸਿੱਖ ਬਣ ਜਾਂਦਾ ਹੈ। ਇੱਥੋਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਿਤਾ ਜੀ ਪ੍ਰਬੰਧ ਕਰਦੇ ਆ ਤੇ ਕਹਿੰਦੇ ਇਹਨਾਂ ਨੂੰ ਸੁਲਤਾਨਪੁਰ ਲੋਧੀ ਭੇਜ ਦਿਓ। ਮੈਂ ਬਹੁਤ ਸੰਖੇਪ ਚੱਲ ਰਿਹਾ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਗਾਥਾ ਆਪਾਂ ਕਹਿ ਲਈਏ ਕਿ ਅੱਧੇ ਪੌਣੇ ਘੰਟੇ 'ਚ ਆਪਾਂ ਸਾਰੀ ਕਹਿ ਲਵਾਂਗੇ, ਨਹੀਂ ਮੈਂ ਵਿੱਚੋਂ ਹੁਣ ਤੁਹਾਡੇ ਨਾਲ ਕੋਈ ਸਾਂਝ ਪਾਣੀ ਹੈ ਸ਼ਬਦਾਂ ਦੀ। ਸਤਿਗੁਰੂ ਮਹਾਰਾਜ ਜੀ ਨੂੰ ਗੁਰਮੁਖੋ ਸੁਲਤਾਨਪੁਰ ਲੋਧੀ ਚਲੇ ਜਾਂਦੇ, ਬੇਬੇ ਨਾਨਕੀ ਉੱਥੇ ਉਹਨਾਂ ਦੀ ਸ਼ਾਦੀ ਹੁੰਦੀ ਹੈ, ਉਹਨਾਂ ਦੇ ਕੋਲੇ ਪਹੁੰਚ ਜਾਂਦੇ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਇਹਨਾਂ ਨੂੰ ਉੱਥੇ ਮੋਦੀ ਦੀ ਕਾਰ ਕਰਨ ਦੀ ਨੌਕਰੀ ਮਿਲ ਜਾਂਦੀ ਮਹਾਰਾਜ ਨੂੰ। ਮੋਦੀ ਦੀ ਕਾਰ ਦਾ ਮਤਲਬ ਹੈ, ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ, ਜਿਹੜੇ ਅੱਜ ਦੇ ਬੱਚੇ ਹੈ ਉਹਨਾਂ ਨੂੰ ਛੇਤੀ ਸਮਝ ਨਹੀਂ ਲੱਗਣੀ ਵੀ ਮੋਦੀ ਦੀ ਕਾਰ ਕੀ ਹੁੰਦੀ ਹੈ। ਉਹਨਾਂ ਨੂੰ ਸਮਝਾਉਣ ਲਈ ਮੈਂ ਸ਼ਬਦ ਵਰਤਦਾ ਹੁੰਦਾ ਹਾਂ ਕਿ ਅੱਜ ਦੇ ਸਮੇਂ ਵਿੱਚ ਫੂਡ ਸਪਲਾਈ ਮਹਿਕਮੇ ਦਾ ਮਿਨਿਸਟਰ, ਸੌਖੀ ਸਮਝ ਲੱਗ ਗਈ ਨਾ ਸਭ ਨੂੰ ਵੀ ਕੀ ਹੁੰਦਾ ਮੋਦੀ ਖਾਨਾ। ਤੇ ਮੋਦੀ ਖਾਨੇ ਦੀ ਕਾਰ ਨੌਕਰੀ ਕੀ ਸੀ ਮਹਾਰਾਜ ਦੀ? ਨੌਕਰੀ ਇਹ ਸੀ ਕਿ ਫੂਡ ਸਪਲਾਈ ਮਹਿਕਮੇ ਦਾ ਅੱਜ ਦੇ ਸਮੇਂ ਵਿੱਚ ਜਿਹਨੂੰ ਅਸੀਂ ਮਿਨਿਸਟਰ ਕਹਿੰਦੇ ਆ, ਗੁਰੂ ਨਾਨਕ ਸਾਹਿਬ ਦੀ ਏਡੀ ਵੱਡੀ ਨੌਕਰੀ ਸੀ ਉਦੋਂ। ਉਹ ਕੋਈ ਹੱਟੀ ਨਹੀਂ ਸੀ ਪਾ ਕੇ ਬੈਠੇ ਹੋਏ ਉੱਥੇ ਸੁਲਤਾਨਪੁਰ ਲੋਧੀ। ਜਿੰਨਾ ਪ੍ਰਬੰਧ ਸੀ ਗਦਾਮਾਂ ਦਾ, ਜੋ ਰਸਤਾ ਆਉਂਦੀਆਂ ਸਨ, ਗੁਰੂ ਨਾਨਕ ਮਹਾਰਾਜ ਜੀ ਸਾਰਾ ਉਤੋਂ ਪ੍ਰਬੰਧ ਅੱਗੇ ਤੋਰਦੇ ਸਨ। ਖੈਰ ਮੈਂ ਸੰਖੇਪ 'ਚ ਬੇਨਤੀ ਕਰਾਂਗਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਬੰਧ ਦਾ ਸੁਧਾਰ ਕੀਤਾ ਹੈ। ਜੋ ਇਹਦੇ ਵਿੱਚ ਗਿਰਾਵਟਾਂ ਸੀ ਮਹਾਰਾਜ ਨੇ ਦੂਰ ਕੀਤੀਆਂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਸੋਚਦੇ ਹੈ ਜਿਸ ਵਾਸਤੇ ਪ੍ਰਮਾਤਮਾ ਅਕਾਲ ਪੁਰਖ ਨੇ ਭੇਜਿਆ ਉਹ ਕਾਰਜ ਤਾਂ ਆਰੰਭ ਕਰੀਏ ਨਾ। ਹੁਣ ਮਹਾਰਾਜ ਉਸ ਦੀ ਆਰੰਭਤਾ ਕਰਦੇ ਨੇ ਤੇ ਸੁਲਤਾਨਪੁਰ ਲੋਧੀ ਮਹਾਰਾਜ ਬੇਈ ਨਦੀ ਤੋਂ ਬਾਹਰ ਨਿਕਲ ਤੋਂ ਬਾਅਦ ਇੱਕ ਨਾਰਾ ਦਿੰਦੇ ਹੈ, ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਕੋਈ ਹਿੰਦੂ ਤੇ ਕੋਈ ਮੁਸਲਮਾਨ ਨਹੀਂ। ਇਹਦਾ ਮਤਲਬ ਕੀ ਸੀ ਗੁਰਮੁਖੋ? ਕਿ ਉਹ ਕੋਈ ਹਿੰਦੂ ਮੁਸਲਮਾਨ ਹੈ ਹੀ ਨਹੀਂ ਸੀ ਉਦੋਂ। ਉਹਦੇ ਦੋ ਹੀ ਤਾਂ ਧਰਮ ਚੱਲਦੇ ਸੀ ਵੱਡੇ, ਹਿੰਦੂ ਤੇ ਮੁਸਲਮਾਨ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਨਹੀਂ ਹੈ। ਇਹਦਾ ਜ਼ਿਕਰ ਹੁਣ ਆਪਾਂ ਆਸਾ ਦੀ ਵਾਰ ਵਿੱਚੋਂ ਕਰਾਂਗੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਹਿੰਦੂ ਤੇ ਮੁਸਲਮਾਨ ਕੋਈ ਨਹੀਂ, ਉਹ ਕੀ ਕਾਰਨ ਹੈ, ਉਹਦਾ ਜ਼ਿਕਰ ਮੈਂ ਗੁਰਬਾਣੀ ਚੋਂ ਕਰਾਂਗਾ। ਕਹਿ ਪਹਿਲਾਂ ਅਸੀਂ ਅੱਗੇ ਗੱਲੜੀ ਤੋਰੀਏ
कि धन गुरु नानक देव सच्चे पातशाह कहते ना कोई हिंदू ना मुसलमान। महाराज ये शब्द कहते ये पूरे सुल्तानपुर लोधी दे गूंज उठदा शब्द नवाब दौलत खां तक खबर पहुँचती है कि जेड़ा मोदी दी कार करन वाला सी उन्हें आ शब्द कह दिता कि ना कोई हिंदू ते ना मुसलमान है। महाराज नूं सुनेहा भेजा जाता, महाराज नवाब दौलत खां कोले आउंदे है। धन गुरु नानक देव सच्चे पातशाह महाराज नवाब दौलत खां कहंदा महाराज तुसी नारा दिता ना कोई हिंदू ते ना मुसलमान, जे सचमुच तुसी कहंदे हो भी ये दोनों कोई हिंदू ते कोई मुसलमान नहीं सब एक ने, फिर आओ तुसी खतरी जे तुसी हिंदू जे आओ फिर मसीत विच बैठ के साडे नाल नमाज अदा करो, नमाज पढ़ो ताकि पता लग जाएगा भी तुसी सच कहंदे हो। गुरु नानक देव महाराज जी गुरमुखों नमाज पढ़न लई जांदे है। सानू सब नूं चलो साखियां ते असीं सुणदे ही सारियां ये। महाराज उत्थे नमाज पढ़न लई जांदे है। इहो कह लो काजी ते नवाब दौलत खां ते जिहड़े होर सन मसीत विच लोग सारे ने नमाज पढ़ी। गुरु नानक देव महाराज जी खड़े रहे। इन्हां ने नमाज अदा करन तो बाद महाराज नूं कहा महाराज तुसीं तौहीन कीती है। एक बन्ने कहंदे हो कि फर्क कोई नहीं, फिर दूसरे बन्ने जे फर्क नहीं सी तुसीं नमाज क्यों नहीं पढ़ी। गुरु नानक देव महाराज जी ने कहा नमाज मैं किहदे नाल पढ़दा, कौन सी इत्थे? कहंदे सारे ही इत्थे सां। नवाब दौलत खां कहंदा मैं भी इत्थे ही सी, काजी कहंदा मैं भी इत्थे ही सां। महाराज कहंदे सच दस्सिओ झूठ ना बोलिओ, अल्लाह नूं हाज़र नाज़र जान के कहो जे, खुदा नूं हाज़र जान के दस्सिओ जे काजी जी तुसीं मैनूं इह दस्सो तुसीं नमाज पढ़ रहे सी? उन्हें कहा महाराज पढ़ रहा सी। महाराज कहंदे बिल्कुल झूठ बोलदा तूं, सच दस जदों नमाज अदा हो रही सी तेरी सुरत कित्थे सी? सुरत करके नमाज की गल मैं कर रहा, शरीर करके नहीं। महाराज कहंदे तेरे घर विच घोड़ी ने बच्चा दिता, बछेरी नवीं जम्मी सी, तेरी सुरत उत्थे टिकी सी भी किते खूह च ना डिग पै, मैं कह के नहीं आया किसी नूं। मार के तू तां बछेरी नूं सामझदा रहा है, नमाज कित्थे पढ़ी तू? ते नवाब दौलत खां कहंदा महाराज मेरे नाल पढ़ लैंदे। महाराज कहंदे तूं भी सच दसी काबल की करदा सी? घोड़े खरीदा पिया सा उत्थे, तू ते काबल च घोड़े वेंदा सी ना, आह घोड़ा लै जाइए आह लै जाइए। सुरत दियां उडारियां धन गुरु नानक देव महाराज जी दियां। महाराज कहंदे जे इत्थे मौजूद हुंदे तुसीं दोनों मैं तुहाडे नाल नमाज पढ़ लैंदा, तुसीं दोनों मौजूद नहीं सी, मैं पढ़ी है तुसीं नहीं पढ़ी दोनों ने। वाह मर्द सूरमे ने कमाल करती ना महाराज ने। उन्हां दे गढ़ विच जाके कहंदे है कि तुसीं नमाज नहीं अदा कीती, तुसीं कोई तो सुरत लैके घोड़ी दे बछेरी वाले तुरिया फिरदा ते कोई काबल च अपनी सुरत लई बैठा है। खैर मैं कहना चंगे सी दोनों, काजी भी ते नवाब दौलत खां भी। उन्होंने गलती मान ली कि महाराज सचमुच ही ऐसा सी। धन गुरु नानक देव महाराज जी ने कह लो उन्हें कहा जो तुसीं क्या सच है। महाराज कहंदे फिर जदों खुदा दा नाम लैना होवे सुरत हाज़र चाहिदी है। सानू कह रहे ने गुरमुखो, ये मैं कहना साखी असीं उन्हां वास्ते ना सुनाईए, सानू कह रहे हैं कि जदों सिखा तेरे हत्थ विच जपजी साहब दा गुटका है, तू पाठ कर रहा जपजी साहब, तेरी सुरत गुरु नानक साहब के चरणों नाल जुड़ रही है कि यही सोचदा पिया भी लोड कितों लदना ते लियाउणा कितों, ते टीवी ते की चल रहा ते उत्थे की हो रहा, ये सोचदा पिया है। महाराज कहने सुरत उन थोड़ा कर लो पाठ, नहीं ज़्यादा करना, कला जब मैं हुण ये ना कहो भाई साहब कहते नितनेम ना करो, गल कई उल्ट भी बंदा लै जांदा ना। जिहड़े अमरधारी नितनेम उन्हां ते करना ही करना, मैं उन्हां दी गल कर रहा जिहड़े कहते सुरत नहीं जुड़ती, थोड़ा कर लो, बार बार मूल मंत्र पढ़ लो, बार बार जपजी साहब की पहली पौड़ी पढ़ लो, थोड़ा कर लो पर जिन्ना करो कोशिश करो मन बार बार लियाउण दी। जे थोड़ा तो थोड़ा भी किते 1-2 मिनट भी सुरत जुड़ जाए तो गुरु नानक साहब की रहमत के पात्र बन जावांगे। खैर मैं जिहड़ी बेनती कर रहा धन गुरु नानक देव सच्चे पातशाह महाराज जी ने फिर उत्थों सिद्धे महाराज जाते हुण मड़ियां विच, धन गुरु नानक देव महाराज मड़ियां विच जाते ने। महाराज सिर दे उत्ते चिट्टा खपन बन लिया, महाराज ने कपड़ा बन लिया तो मड़ियां चले गए गुरु नानक देव महाराज जी। वो गुरमुखो जो मड़ियां च देखिया महाराज नूं गया, सिर दे उत्ते चिट्टा कपड़ा बन्ना महाराज दे वेखिया, एक नवीं चर्चा चल पई भी जेड़ा मोदी दी कार करन वाला जिन्हें नमाज की गल कीती सी उन मड़ियां जाके बैठ गया है। धन गुरु नानक देव सच्चे पातशाह उत्थे बैठ जाते हैं। उत्थों फिर धन गुरु नानक देव सच्चे पातशाह महाराज जी की करते हैं बैठ के उत्थे, इहदा जिक्र भाई साहब भाई गुरदास जी ने किया है। भाई साहब भाई गुरदास जी कहते हैं गुरु नानक देव महाराज जी जिस कारज वास्ते आए उसकी आरंभता करन तो पहला गुरु नानक महाराज जी निगाह मार के देखते तो भाई साहब भाई गुरदास की उडारी देखो, उन्हां दी एक पौड़ी दे विच सारा हालात बयान कीते ने गुरु नानक साहब दे। इस जदों मड़ियां च महाराज बैठते हैं, भाई साहब कहते पहला बाबे पाया बख्श दर, पिछों दे फिर घाल कमाई, रेत अक आहार कर रोड़ां दी गुर करी विछाई,
भारी करी तपस्या वड्डे भाग हर स्यों बन आई। बाबा पहनदा सचखंड नौनिध नाम गरीबी पाई। बाबा देखे ध्यान तर जलती सब पृथ्वी दिस आई। बाज गुरु गोबार है करदी सुनी लुकाई। ते भाई साहब कहते बाबे भेख बनाया उदासी की रीत चलाई। चढ़िया सोधन धरत लुकाई। गुरु नानक महाराज जी हुण धरती ते वसदे जीवां दा भला करने लई तुर लगे, क्योंकि जिहड़ी धरती ते मैं शुरू च कहा इन्ने जुल्म हो रहे सन, राजे पाप कर रहे सी, प्रजा अंधी ज्ञान तो बिना सी, काजी रिश्वती हो चुके सन, पुजारी जिहड़े ने धार्मिक तौर ते लुट मचाई हुई सी। गुरु नानक मर्द सूरमा हुण तुरन लग्या है ते महाराज ने सिर ते कपन बन लिया ते नाल अपने एक साथी ले लिया, वो है भाई साहब भाई मरदाना जी। महाराज उन्हों नाल लैंदे है गुरु नानक देव सच्चे पातशाह महाराज जी। ते भाई साहब भाई गुरदास जी कहते ने भाई मरदाने ते गुरु नानक सच्चे पातशाह महाराज जी शुरुआत जो करते हैं तो धन गुरु नानक देव सच्चे पातशाह महाराज जी दे जो इयों कह लो सब तो पहली प्रचार फेरी का जो जिक्र आता है, महाराज सुल्तानपुर तो चलते हैं। एक बार महाराज आउंदे आ तलवंडी, माँ बाप नूं मिलते महाराज, गेरुए रंग का महाराज का बस्तर है, गेरुए रंग समझ गए ना जिवें जोगी पाउंदे है। महाराज ने गेरुए रंग का लम्मा चोला पाया होया है, सिर दे उत्ते महाराज दे गोल दस्तार है, हाथ विच महाराज दे एक सोटा है डांग, जिन्हों इहदा जिक्र भाई गुरदास ने किया है। हाथ विच सोटा महाराज दे, जेड़ा नाल दा साथी है उहदे हाथ विच रबाब है। गुरु नानक देव सच्चे पातशाह महाराज जी जदों आउंदे ने मेहता कल्याण दास देखते हैं, क्योंकि पुੱਤ ਨੂੰ इस रूप में वेख्या ही नहीं सी। जो चले उतों जो सामने आए मां ने अपने पुੱਤ ਨੂੰ देखिया, इं कह लो भर जोबन जवानी महाराज 25-26 साल की उम्र, इं कह लो 25 तो 30 साल, महाराज का काला दाड़ा, सोहने मशहरे, महाराज का लम्मा कद, इं कह लो कि महाराज दे जेड़ा भी इं कह लो दर्शन करता सी रूप इन्ना दगदा करदा चेहरा सी, क्योंकि उत्ते परमेश्वर का रूप ने ना, दगदा करदा चेहरा है, गेरुए रंग का लम्मा चोला है, हाथ विच महाराज दे सोटा डांग है, नाल दे साथी ने भी उस तरह के बस्तर पाए, उहदे कोले रबाब है। मां ने देखिया अपने पुੱਤ वल्ले, पिता ने देखिया अपने पुत्र वल्ले, एक बार अखां मलदे रह गए भी साडा ही पुੱਤ है जिहड़ा सामने खड़ा है। एक साधु रूप दे विच धन गुरु नानक देव सच्चे पातशाह महाराज ने पिता जी दे गोडी हथ लाया, माता जी दे गोडी हथ लाया ते कहन लगे मैनू आशीर्वाद दिओ, मैं जिस वास्ते आया वो काम अज आरंभ करन लग्या हाँ। इं कह लो माँ बाप दे वास्ते है तो बड़ी औखी गल सी, भर जोबन जवानी च पुत्र नूं घरों तोरना, इकलौता पुत्र चलो बेबे नानकी वो तो विआही गई, पर कल्ले कल्ले न गुरु नानक देव महाराज जी घरों तोरना, तो जिधर नूं तोरना है वो रस्ता कोई चंगा नहीं, वो इं कह लो मौत का रस्ता सी। क्योंकि जो हालात इदां दे बने पे सन, राजे पाप कमा रहे ने सारे बने, हालात जिहड़े वो इं कह लो हालात इदां दे बने पे सन कि समझ किसी नूं कोई नहीं लगती भी जिंदगी जिउणी किद्दां है। उन्हां हालातां विच महाराज जदों घरों निकलदे माँ बाप वास्ते बड़ा औखा सी, पर गुरु नानक देव सच्चे पातशाह महाराज जी तुर पे ने माँ जी कोलों ते पिता जी कोलों आशीर्वाद लैके धन गुरु नानक देव सच्चे पातशाह की प्रचार फेरी आरंभ हो जाती है। महाराज मंजिलों नूं मारदे होए सीधा पहुँचते ऐमनाबाद, सैदपुर जिन्होंने असीं कहने दे नाम बदलते रहे ने। महाराज भाई लालो के घर पहुँचते, पहली महाराज की प्रचार फेरी भाई लालो के घर महाराज का पहुँचना है। महाराज वो घरे पहुँचते हैं, उसका दरवाजा खड़काउंदे गुरु नानक देव सच्चे पातशाह बाहर निकलता है, महाराज के चरण परसदा है, सतगुरां नूं प्रशादा। मैं संखेप जिहा जिक्र कर लगा सारी गल दा, साखियां मैं कोई लमकाउणियां नहीं ज़्यादा। महाराज के दर्शन करदा भाई लालो, इसे पिंड विच मलक भागो है, गुरु नानक देव सच्चे पातशाह का आउणा सुनिया, उन्हें सुनिया भेजा गुरु नानक देव महाराज जी। महाराज गए नहीं, मलक भागो दूजा तीजा सुनिया भेजदा है, महाराज जाते नहीं। फिर आप चल के आउंदा ते कहंदा महाराज इन्ने भोजन पकवान तैयार कीते, तुसीं मेरे घर क्यों नहीं आ रहे? इस गरीब दे घरे बैठे हुए की छकोगे ते की खाओगे ते की पहनोगे, की तुहानूं बैठण वास्ते देगा? धन गुरु नानक देव सच्चे पातशाह महाराज जी ने गुरमुखो भाई लालो दे घर बैठ के मलक भागो नूं क्या, मलक भागो जिन्हों तू गरीब कहना, शूद्र कहना, जिन्हों कहना दे कोल कुछ नहीं। गुरु नानक देव सच्चे पातशाह महाराज जी इन्ने प्यार विच आ गए ते इन्ने वैराग विच आ गए, उहदे वास्ते 7 वारी शब्द वरत्या वे शब्द बड़ा प्यारा हुण नहीं आपां वरतदे। पहला सब नूं पता घरां विच मावां
ਆਪਣੇ ਪੁੱਤਰਾਂ ਵਾਸਤੇ ਇਹ ਸ਼ਬਦ ਅਕਸਰ ਵਰਦੀਆਂ ਹੁੰਦੀਆਂ ਸੀ, ਵੇ ਇੱਧਰ ਆਈ ਵੇ, ਵੇ ਉਧਰ ਜਾਈ ਵੇ। ਵੇ ਸ਼ਬਦ ਬਹੁਤ ਹੀ ਪਿਆਰ ਵਾਲਾ ਸ਼ਬਦ ਹੈ। ਮਹਾਰਾਜ ਇੰਨਾ ਪਿਆਰ ਜਿਹਨੂੰ ਕਰਦੇ ਉਹਨੂੰ ਵੇ। ਗੁਰੂ ਗ੍ਰੰਥ ਸਾਹਿਬ 'ਚ ਬੜੇ ਸ਼ਬਦ ਆਉਂਦੇ ਵੇ ਵਾਲੇ। ਮਹਾਰਾਜ ਜਿੱਥੇ ਪ੍ਰੇਮ ਵਿੱਚ ਭੇਜਾਂ ਦੇ ਉੱਥੇ ਮਹਾਰਾਜ ਵੇ ਸ਼ਬਦ ਵਰਦੇ ਹੈ। ਉੱਥੇ ਫਿਰ ਮਹਾਰਾਜ ਕਹਿੰਦੇ ਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗਲ ਤੱਕੀ, ਅਗਤ ਪੜੈ ਸ਼ੈਤਾਨ ਵੇ ਲਾਲੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੇ ਲਾਲੋ ਕਰਦਿਆਂ ਹੋਇਆਂ ਸ਼ਬਦ ਉਚਾਰਨ ਕਰਦੇ ਹੈ। ਉੱਥੇ ਹੀ ਮਹਾਰਾਜ ਕਹਿੰਦੇ ਨੇ ਕਿ ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਮਹਾਰਾਜ ਕਹਿੰਦੇ ਮੈਂ ਸੱਚੀ ਗੱਲ ਕਹੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਖੈਰ ਮਹਾਰਾਜ ਕਹਿੰਦੇ ਇੱਥੇ ਜੋ ਕੁਝ ਹੋਣਾ ਹੈ ਭਾਈ ਲਾਲੋ, ਉਹ ਮੈਂ ਤੁਹਾਨੂੰ ਦੱਸਣ ਲੱਗਿਆ ਇੱਥੇ ਕੀ ਹੋਵੇਗਾ। ਇਹ ਲੋਕ ਜਿਹੜੇ ਅੱਜ ਐਸ਼ੋ ਇਸ਼ਰਤ ਵਿੱਚ ਵੱਜੇ ਪਏ ਨੇ, ਜਿਨ੍ਹਾਂ ਨੂੰ ਆਪਣੀ ਧਨ ਜੋਬਨ ਜਵਾਨੀ ਤੇ ਪ੍ਰਭਤਾ ਦੇ ਮਾਨ ਵਿੱਚ ਮਸਤ ਹੋਏ ਨੇ, ਇਹਨਾਂ ਦੀ ਹਾਲਤ ਇੱਥੇ ਹੋ ਜਾਏਗੀ। ਇਹਨਾਂ ਦੇ ਵਾਲ ਖਿਲਰੇ ਹੋਣਗੇ, ਇਹਨਾਂ ਦੇ ਗਲਾਂ ਵਿੱਚ ਰੱਸੀਆਂ ਪਈਆਂ ਹੋਣਗੀਆਂ, ਇਹਨਾਂ ਦੇ ਮਾਸਾਂ ਦੇ ਟੁਕੜੇ ਕੀਤੇ ਹੋਣਗੇ। ਇਹਦਾ ਮਤਲਬ ਸ਼ਰਾਬ ਦੇਣਾ ਨਹੀਂ ਸੀ, ਇਹਨੂੰ ਕੋਈ ਸ਼ਰਾਬ 'ਚ ਨਾ ਲੈ ਜਾਏ। ਮਹਾਰਾਜ ਦੂਰ ਦੀ ਨਿਗਾਹ ਮਾਰ ਕੇ ਵੇਖਦੇ ਹੈ ਕਿ ਇਹਨਾਂ ਦੀ ਹਾਲਤ ਇਹ ਬਣ ਗਈ ਹੈ ਕਿ ਇਹਨਾਂ ਨੂੰ ਸਭ ਕੁਝ ਭੁੱਲਿਆ ਹੋਇਆ ਪਰਮਾਤਮਾ। ਇਹ ਜੋਬਨ ਜਵਾਨੀ ਪ੍ਰਭਤਾ ਦੇ ਵਿੱਚ ਪਰਮੇਸ਼ਰ ਨੂੰ ਭੁੱਲ ਚੁੱਕੇ ਨੇ ਲੋਕ, ਜਿਹਦਾ ਕਰਕੇ ਇਹਨਾਂ ਦੀ ਇਹ ਹਾਲਤ ਹੋਣੀ। ਤੇ ਜਿੱਦਣ ਹੋਈ ਇਹ ਹਾਲਤ ਉਦਣ ਵੀ ਮਹਾਰਾਜ ਉੱਥੇ ਮੌਜੂਦ ਸਨ। ਖੈਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਮਲਕ ਭਾਗੋ ਦੇ ਘਰੇ ਪਹੁੰਚਦੇ ਹੈ। ਮਲਕ ਭਾਗੋ ਕਹਿੰਦਾ, ਮਹਾਰਾਜ ਤੁਸੀਂ ਮੇਰੀਆਂ ਪੂੜੀਆਂ ਨਹੀਂ ਖਾਧੀਆਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਮਲਕ ਭਾਗੋ ਤੇਰੀਆਂ ਪੂੜੀਆਂ ਦੇ ਵਿੱਚ ਮੈਨੂੰ ਖੂਨ ਦਿਸਦਾ ਹੈ, ਜਿਹਨੂੰ ਅਸੀਂ ਤਸਵੀਰਾਂ ਵਿੱਚ ਕਹਿੰਦੇ ਆ ਕਿ ਦੋ ਇਸ ਤਰ੍ਹਾਂ। ਇਹਦਾ ਮਤਲਬ ਇਸ ਤਰ੍ਹਾਂ ਨਹੀਂ ਕਿ ਆਉਂ ਮਹਾਰਾਜ ਖੂਨ ਚਵਾ ਰਹੇ ਨੇ ਉਹਦੇ ਵਿੱਚੋਂ। ਗੁਰਮੁਖੋ ਮਹਾਰਾਜ ਨੂੰ ਕਹਿੰਦੇ ਤੇਰੀਆਂ ਪੂੜੀਆਂ ਵਿੱਚੋਂ ਮੈਨੂੰ ਖੂਨ ਦਿਸਦਾ ਪਿਆ ਹੈ। ਇਹ ਗਰੀਬਾਂ ਦਾ ਨਿਚੋੜਿਆ ਹੋਇਆ ਖੂਨ ਹੈ ਜਿਹੜਾ ਤੂੰ ਮੈਨੂੰ ਖਵਾਰਿਆ। ਭਾਈ ਲਾਲੋ ਦੀ 10 ਨੌਆਂ ਦੀ ਕਿਰਤ ਵਿੱਚੋਂ ਮੈਨੂੰ ਅੰਮ੍ਰਿਤ ਦਿਸਿਆ ਹੈ। ਗੁਰਮੁਖੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਹੁਣ ਮੈਂ ਜਿਹੜਾ ਜ਼ਿਕਰ ਕੀਤਾ ਨਾ ਵੀ ਮੜੀਆਂ ਚੋਂ ਮਹਾਰਾਜ ਚੱਲੇ ਸਨ, ਸਿਰ ਤੇ ਖੱਫੜ ਬੰਨ ਕੇ ਤੁਰੇ ਸੀ ਮਹਾਰਾਜ। ਇਹਨਾਂ ਲੋਕਾਂ ਨਾਲ ਵਾਹ ਵਾਸਤਾ ਪੈਣਾ ਸੀ। ਉਹਦੇ ਘਰ ਵਿੱਚ ਕਿੰਨੇ ਲੋਕ ਸੀ ਭਲਾ? ਮਲਕ ਭਾਗੋ ਦੇ ਘਰ ਵਿੱਚ ਕਿੰਨੇ ਸਾਧ ਬਾਬੇ ਸਨ। ਇਹ ਉਹ ਕਹਿ ਲਓ ਧਾਰਮਿਕ ਤੌਰ ਤੇ ਰਾਜੇ ਮਹਾਰਾਜਾ ਨਾਲ ਸੰਬੰਧ ਰੱਖਣ ਵਾਲੇ ਵੀ ਕਿੰਨੇ ਸੀ ਮਲਕ ਭਾਗੋ ਦੇ ਘਰੇ। ਏਡੇ ਵੱਡੇ ਇਕੱਠ ਵਿੱਚ ਕਹਿਣਾ ਵੀ ਤੇਰੀ ਕਮਾਈ ਜਿਹੜੀ ਹੈ ਇਹ ਸੱਚੀ ਨਹੀਂ ਹੈ, ਤੇਰੀ ਕਮਾਈ ਜਿਹੜੀ ਹੈ ਗਰੀਬਾਂ ਦਾ ਤੂੰ ਖੂਨ ਨਿਚੋੜਿਆ, ਉਹਦੇ ਨਾਲ ਪੂੜੀਆਂ ਤਿਆਰ ਕਰਕੇ ਇਹਨਾਂ ਲੋਕਾਂ ਨੂੰ ਖਵਾ ਰਿਹਾ। ਗੁਰਮੁਖੋ ਅੱਜ ਕੋਈ ਪੁੱਛਦਾ ਬਾਬਾ ਵੀ ਜਿਹੜੀ ਥੈਲੀ ਮੈਨੂੰ ਲਿਆ ਕੇ ਦੇ ਰਿਹਾ ਹੈ, ਕਿੰਨਿਆਂ ਘਰਾਂ ਦਾ ਉਜਾੜਾ ਕੀਤਾ ਹੀ, ਉਹ ਕਿੰਨਿਆਂ ਘਰਾਂ ਵਿੱਚ ਸਮੈਕ ਪਚਾ ਕੇ ਤੂੰ ਪੰਜਾਬ ਦਾ ਸੱਤਿਆਨਾਸ਼ ਕਰਤਾ, ਇਹ ਨੌਜਵਾਨੀ ਬਰਬਾਦ ਕਰਕੇ ਰੱਖ ਦਿੱਤੀ ਹੈ, ਤੇ ਮੇਰੇ ਅੱਗੇ ਲਿਆ ਕੇ ਪੈਸੇ ਰੱਖਦਾ। ਚੁੱਕ ਆਪਣੇ ਪੈਸੇ। ਕੋਈ ਕਹਿੰਦਾ ਮੈਂ ਵੀ ਉਹਦੇ ਵਿੱਚ ਹੀ ਹਾਂ, ਆਪਣੇ ਆਪ ਨੂੰ ਬਾਹਰ ਕਰਕੇ ਨਹੀਂ ਕਹਿ ਰਿਹਾ, ਮੈਂ ਵੀ ਉਹਦੇ ਵਿੱਚ ਹੀ ਹਾਂ। ਗੁਰਮੁਖੋ ਕੌਣ ਕਹਿੰਦਾ ਹੈ? ਜਦੋਂ ਥੈਲੀਆਂ ਮਿਲਦੀਆਂ ਹੁਣ ਕੋਈ ਨਹੀਂ ਕਹਿੰਦਾ, ਅਗਲੇ ਕਹਿੰਦੇ ਆਉਣ ਦਿਓ, ਕਰੋੜਾਂ ਰੁਪਈਆ ਮਿਲਦਾ ਬਾਬਿਆਂ ਨੂੰ। ਕੋਈ ਨਹੀਂ ਪੁੱਛਦਾ ਵੀ ਇਹ ਕਿਹੜੀ ਕਮਾਈ ਹੈ, ਕੋਈ ਨਹੀਂ ਪੁੱਛਦਾ ਸਮੈਕ ਘਰ ਵਿੱਚ ਲੋਕਾਂ ਦੇ ਸੁੱਟ ਕੇ, ਲੋਕਾਂ ਦੇ ਬੱਚੇ ਮਾਰ ਕੇ ਕਮਾਈ ਕਰਕੇ ਲਿਆ ਕੇ ਤੁਸੀਂ ਗੁਰਦੁਆਰਿਆਂ ਵਿੱਚ ਦੇ ਰਹੇ ਹੋ। ਮੈਨੂੰ ਖਿਮਾ ਕਰਿਓ ਜੇ ਕਈ ਵਾਰ ਮੈਂ ਭਾਵੁਕ ਹੋ ਜਾਂਦਾ, ਪਰ ਮੇਰਾ ਕਹਿਣ ਦਾ ਅਰਥ ਗਲਤ ਨਾ ਲੈ ਲਿਓ ਜੇ। ਮੈਂ ਕਹਿ ਰਿਹਾ ਮਰਦ ਸੂਰਮਾ ਕਹਿ ਰਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਲਕ ਭਾਗੋ ਤੇਰੀ ਕਮਾਈ ਨਹੀਂ ਮੈਨੂੰ ਚਾਹੀਦੀ। ਮਲਕ ਭਾਗੋ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ। ਹੁਣ ਬਾਬਾ ਵੀ ਤੇ ਉਹ ਹੋਵੇ ਨਾ ਜਿਹਦੇ ਚਰਨਾਂ ਸੱਚਮੁੱਚ ਸਿਰ ਝੁਕ ਜਾਏ। ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਕੇ ਉਹਨੇ ਕਿਹਾ ਬਾਬਾ ਸੱਚਮੁੱਚ ਹੀ ਇਹ ਕਮਾਈ ਇਦਾਂ ਦੀ ਹੈ। ਮਹਾਰਾਜ ਕਹਿੰਦੇ ਫਿਰ ਕਿਉਂ ਇਦਾਂ ਕਰਦਾ ਹੈ? ਉਹਨੇ ਕਿਹਾ ਮੈਂ ਕੀ ਕਰਾਂ? ਮਹਾਰਾਜ ਕਹਿੰਦੇ ਜੋ ਕੁਝ ਹੈ ਇੱਕ ਵਾਰ ਲਟਾ ਦੇ ਸਾਰਾ ਕੁਝ ਗਰੀਬਾਂ 'ਚ। ਮਹਾਰਾਜ ਕਹਿੰਦੇ ਇਸ ਤੋਂ ਬਾਅਦ ਆਪਣੀ ਹੱਕ ਦੀ ਸੱਚ ਦੀ ਕਮਾਈ ਕਰ। ਤੇ ਮਲਕ ਭਾਗੋ ਜਿਹਨੂੰ ਤੂੰ ਗਰੀਬ ਸ਼ੂਦਰ ਕਹਿੰਦਾ, ਦੋਨੋਂ ਰਲ ਕੇ ਤੁਸੀਂ ਮਹਾਰਾਜ ਕਹਿੰਦੇ ਇੱਥੇ ਭਲਾ ਕਰੋ ਖਾਂ ਦੋਵੇਂ ਰਲ ਕੇ। ਭਾਈ ਲਾਲੋ ਤੇਰੇ ਨਾਲ ਹੈ, ਸੂਝਵਾਨ ਹੈ, ਗਿਆਨਵਾਨ ਹੈ, ਤੇਰੇ ਕੋਲੇ 4 ਪੈਸੇ ਨੇ। ਮਹਾਰਾਜ ਕਹਿੰਦੇ ਦੋਨੋਂ ਜਾਣੇ ਰਲ ਕੇ ਪਰਮਾਤਮਾ ਦੀ ਸਿਫਤ ਕਰੋ, ਭਲਾ ਕਰੋ ਤੁਸੀਂ ਦੋਨੋਂ ਰਲ ਕੇ। ਇਹਦਾ ਜ਼ਿਕਰ ਹੁਣ ਮੈਂ ਕਰਨ ਲੱਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀ ਕੀਤਾ ਜਗਤ ਵਿੱਚ ਆ ਕੇ। ਭਾਈ ਸਾਹਿਬ ਕਹਿੰਦੇ ਸਤਿਗੁਰ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਦੇਵ ਜੀ ਪਠਾਏ ਨੇ, ਆਏ ਹੋਏ ਨੇ ਸੰਸਾਰ ਦੇ ਅੰਦਰ, ਤੇ ਕੱਲੇ ਆਏ ਨਹੀਂ ਹੋਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਪਰਮਾਤਮਾ ਨੇ ਜੇ ਭੇਜਿਆ ਨਾ, ਤੇ ਮਹਾਰਾਜ ਨੇ ਫਿਰ ਜਿਹੜਾ ਭਾਈ ਲਾਲੋ ਤੇ ਮਲਕ ਭਾਗੋ ਦਾ ਮਿਲਾਪ ਕਰਾਇਆ। ਇਹ ਗੁਰੂ ਨਾਨਕ ਮਹਾਰਾਜ ਦੀ ਸੋਚ ਕੀ ਸੀ, ਉਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ। ਕਹਿਣ ਲੱਗੇ ਚਾਰ ਵਰਨ ਚਾਰ ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨੇ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ। ਇਹ ਹਾਲਾਤ ਬਣੇ ਪਏ ਸਨ।
ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋ ਰਾਹ ਭੁਲਾਣੇ। ਉਹ ਰੱਬ ਇੱਕ ਸੀ ਤੇ ਕੋਈ ਰਾਮ ਤੇ ਕੋਈ ਅੱਲਾ ਦੇ ਨਾਂ ਤੇ ਝਗੜੇ ਕਰੀ ਫਿਰਦਾ ਸੀ। ਕੋਈ ਤਿਲਕ ਤੇ ਕੋਈ ਜੰਜੂ ਦੇ ਨਾਂ ਤੇ ਕੋਈ ਸੁੰਤ ਦੇ ਨਾਂ ਤੇ ਝਗੜੇ ਕਰਦਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ ਸਨ ਇੱਥੇ, ਜਿਹਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਕੀ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਦਾਂ ਕੀਤਾ ਕਿ ਚਾਰ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਆਹ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪ੍ਰਚਾਰ ਫੇਰੀ ਦਾ ਮੁੱਖ ਕਾਰਨ। ਚਾਰ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ। ਰਾਣਾ ਰੰਕ ਬਰਾਬਰੀ ਭਾਈ ਲਾਲੋ ਤੇ ਮਲਕ ਭਾਗੋ। ਰਾਣਾ ਰੰਕ ਬਰਾਬਰੀ ਪੈਰੀ ਪਮਣਾ ਜਗ ਵਰਤਾਇਆ। ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਵਾਇਆ। ਜਿਹੜੇ ਹੰਕਾਰੀ ਬਣੇ ਬੈਠੇ ਸੀ, ਮਹਾਰਾਜ ਨੇ ਕਿਹਾ ਜੋ ਕੁਝ ਲੈਣਾ ਤੇ ਨਿਮਰਤਾ ਵਿੱਚ ਆਓ। ਪੈਰੀ ਪਮਣਾ ਜਗ ਵਰਤਾਇਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਮਹਾਰਾਜ ਜੀ ਇੱਥੇ ਭਲਾ ਕਰਨ ਵਾਸਤੇ ਆਏ ਸਨ ਜਗਤ ਜਲੰਦੇ ਦਾ। ਖੈਰ ਮਹਾਰਾਜ ਉਹਦਾ ਭਲਾ ਕਰਕੇ ਤੁਰਦੇ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਮੈਂ ਵਿੱਚੋਂ ਜ਼ਿਕਰ ਕਰ ਰਿਹਾ ਹਾਂ ਸਾਖੀਆਂ, ਕਿਉਂਕਿ ਬਹੁਤ ਲੰਬੇਰਾ ਇਤਿਹਾਸ ਹੈ। ਵਿੱਚੋਂ ਮੈਂ ਜ਼ਿਕਰ ਕਰਨਾ ਹੈ। ਸਤਿਗੁਰੂ ਮਹਾਰਾਜ ਜੀ ਦਾ ਸਿੱਧਾ ਨਾਲ ਵਾਹ ਵਾਸਤਾ ਪੈਂਦਾ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸ਼ਮੇਰ ਪਰਬਤ ਤੇ ਮਹਾਰਾਜ ਪਹੁੰਚਦੇ ਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਸ਼ਮੇਰ ਪਰਬਤ ਤੇ ਜਾਂਦੇ ਆ ਤੇ ਸਿੱਧ ਪੁੱਛਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ। ਕਹਿੰਦੇ ਨੇ ਕਿ ਕਿਉਂਕਿ ਮਹਾਰਾਜ ਦੀ ਹੌਲੀ ਹੌਲੀ ਚਰਚਾ ਹੋਣ ਲੱਗ ਪਈ ਸੀ। ਜਦੋਂ ਮਹਾਰਾਜ ਨੂੰ ਆਪਣੇ ਰੂਪ ਵਿੱਚ ਦੇਖਿਆ, ਗੇਰੂਏ ਰੰਗ ਦੇ ਕੱਪੜੇ ਪਾਏ ਹੋਏ ਜੋਗੀ ਰੂਪ ਬਣੇ ਹੋਏ ਨੇ ਮਹਾਰਾਜ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਹਿਲਾ ਸਵਾਲ ਸਿੱਧਾ ਨੇ ਕੀਤਾ ਕਿ ਮਾਤ ਲੋਕ ਵਿੱਚ ਕਿਆ ਵਰਤਾਰਾ। ਮਾਤ ਲੋਕ ਤੇ ਕੀ ਹੋ ਰਿਹਾ ਹੈ। ਮਾਤ ਲੋਕ ਦਾ ਮਤਲਬ ਸੀ ਸ਼ਮੇਰ ਪਰਬਤ ਇੰਨਾ ਉੱਚਾ ਪਹਾੜ ਸਮਝ ਲਓ ਜਿੱਥੋਂ ਥੱਲੇ ਵਸਦੇ ਜੀਵਾਂ ਦਾ ਕੋਈ ਪਤਾ ਨਹੀਂ ਲੱਗਦਾ ਪਿਆ। ਇਹਦਾ ਮਤਲਬ ਇੰਨੀ ਉੱਚੀ ਟੀਸੀ ਤੇ ਬੈਠੇ ਸਨ। ਉਹ ਪੁੱਛਦੇ ਕਿ ਮਾਤ ਲੋਕ ਤੇ ਕੀ ਹੋ ਰਿਹਾ ਹੈ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਮਾਤ ਲੋਕ ਦਾ ਪੁੱਛਦੇ ਹੋ ਕੀ ਹੋ ਰਿਹਾ। ਉੱਥੇ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਮਾਤ ਲੋਕ ਤੇ ਇਹ ਹੋ ਰਿਹਾ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਪਰਜਾ ਅੰਧੀ ਗਿਆਨ ਬੇਣ ਕੂੜਕ ਸਤ ਮੁਖੋਂ ਆਲਾਈ ਚੇਲੇ ਬੈਠਣ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ ਸੇਵਕ ਬੈਠਣ ਘਰਾਂ ਵਿੱਚ ਗੋਰੇ ਉੱਠ ਘਰੀ ਤਨਾੜੇ ਜਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਤੇ ਮਹਾਰਾਜ ਨੇ ਕਿਹਾ ਇਸਤਰੀ ਪੁਰਖੇ ਦਾਮਿਤ ਭਾਵੇਂ ਆਓ ਕਿਥਾਹੂ ਜਾਈ ਵਰਤਿਆ ਪਾਪ ਸਬਸ ਜਗ ਮਾਈ। ਇਹ ਮਹਾਰਾਜ ਨੇ ਸ਼ਬਦ ਕਹੇ। ਭਾਈ ਗੁਰਦਾਸ ਦੇ ਇਹ ਵੈਸੇ ਬੋਲ ਨੇ। ਭਾਈ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਸਿੱਧ ਸ਼ੁਭ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜਿਹੜੇ ਮੈਨੂੰ ਪੁੱਛਦੇ ਹੋ ਮਾਤ ਲੋਕ ਤੇ ਕੀ ਹੋ ਰਿਹਾ ਹੈ। ਤੇ ਮਹਾਰਾਜ ਕਹਿੰਦੇ ਤੁਸੀਂ ਕੰਨਾਂ 'ਚ ਪਾ ਕੇ ਮੁੰਦਰਾਂ ਜੋਗੀ ਬਣ ਕੇ ਸ਼ਮੇਰ ਪਰਬਤ ਤੇ ਬੈਠੇ ਹੋ, ਤੁਹਾਨੂੰ ਕੀ ਪਤਾ ਕੀ ਹੋ ਰਿਹਾ ਮਾਤ ਲੋਕ ਦੇ ਉੱਤੇ। ਮਹਾਰਾਜ ਕਹਿੰਦੇ ਪਰਮਾਤਮਾ ਨੇ ਇਸ ਵਾਸਤੇ ਭੇਜਿਆ ਸੀ ਤੁਹਾਨੂੰ। ਜੋਗੀ ਬਣ ਕੇ ਬਹਿ ਜਾਓ ਪਰਬਤਾਂ ਉੱਤੇ ਤੇ ਆਪਣੇ ਸਰੀਰ ਨੂੰ ਗਾਲੋ। ਇਸ ਪਹਾੜਾਂ ਵਿੱਚ ਬੈਠਿਆਂ ਹੋਇਆਂ ਜਾਂ ਠੰਡੇ ਪਾਣੀਆਂ ਵਿੱਚ ਬੈਠਿਆਂ। ਮਹਾਰਾਜ ਕਹਿੰਦੇ ਕੀ ਦੇ ਰਹੇ ਹੋ ਤੁਸੀਂ ਸਮਾਜ ਨੂੰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਜੋਗੀਆਂ ਨਾਲ ਗੱਲ ਕੀਤੀ ਨਾ ਸਿੱਧਾ ਨਾਲ, ਤੇ ਪਤਾ ਕੀ ਕਿਹਾ ਉਹਨਾਂ ਨੇ ਅੱਗੋਂ। ਕਹਿੰਦੇ ਨੇ ਜਿੱਡੀ ਵੱਡੀ ਇਹਨੇ ਗੱਲ ਕੀਤੀ ਹੈ, ਜੇ ਕਿਤੇ ਸੱਚਮੁੱਚ ਸਾਡੀ ਸੰਸਥਾ ਦੇ ਵਿੱਚ ਆ ਜਾਏ ਨਾ ਤੇ ਆਪਣਾ ਪੰਥ ਬੜਾ ਉੱਚਾ ਲੈ ਕੇ ਚਲੇ ਜਾਏਗਾ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲਿਵੈ ਇਹ ਬਾਲਾ। ਭਾਈ ਸਾਹਿਬ ਭਾਈ ਗੁਰਦਾਸ ਤੁਸੀਂ ਕਿਤੇ ਪੜ੍ਹੇ ਹੋ ਜੇ ਭਾਈ ਸਾਹਿਬ ਦੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਿਹੜੀਆਂ ਉਹਨਾਂ ਦੇ ਆਉਣ ਤੋਂ ਪਹਿਲਾਂ ਦੇ ਹਾਲਾਤ, ਆਉਣ ਦੇ ਸਮੇਂ ਤੇ ਜਿਵੇਂ ਜਿਵੇਂ ਪ੍ਰਚਾਰ ਫੇਰੀਆਂ ਕੀਤੀਆਂ, ਹਰ ਪੌੜੀ ਵਿੱਚ ਭਾਈ ਸਾਹਿਬ ਨੇ ਜ਼ਿਕਰ ਕੀਤਾ। ਮੈਂ ਤਾਂ ਨਹੀਂ ਜ਼ਿਆਦਾ ਲੈ ਰਿਹਾ ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਚੱਲਦਾ ਪਿਆ। ਮੈਂ ਸਾਰੀਆਂ ਪੌੜੀਆਂ ਨਹੀਂ ਪੜ੍ਹ ਰਿਹਾ, ਉਹਦੇ ਵਿੱਚੋਂ ਕੁਝ ਪੰਕਤੀਆਂ ਤੁਹਾਨੂੰ ਸੁਣਾ ਰਿਹਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲਿਵੈ ਇਹ ਬਾਲਾ। ਬਾਲਾ ਮੈਨੇ ਬਾਲਕ। ਧੰਨ ਗੁਰੂ, ਕਿਉਂਕਿ ਉਹਨਾਂ ਦੀਆਂ ਉਮਰਾਂ ਬਹੁਤ ਵੱਡੀਆਂ ਸਨ। ਉਹ ਕਹਿੰਦੇ ਨੇ ਜੇ ਕਿਤੇ ਸਾਡੇ ਪੰਥ ਵਿੱਚ ਆ ਜਾਏ ਐਸਾ ਜੋਗੀ ਕਲੀਮ ਹੈ ਹਮਾਰਾ ਪੰਥ ਕਰੇ ਉਜਿਆਲਾ। ਕਹਿੰਦੇ ਜੇ ਸਾਡੀ ਸੰਸਥਾ 'ਚ ਆ ਜਾਏ ਤੇ ਸਾਡਾ ਤੇ ਪੰਥ ਹੀ ਬੜਾ ਵੱਧ ਜਾਏਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਫਿਰ ਉਹ ਖੱਪਰ ਦੇ ਕੇ ਭੇਜਦੇ ਆ। ਕਹਿੰਦੇ ਪਾਣੀ ਲੈ ਕੇ ਆਓ। ਮਹਾਰਾਜ ਉੱਥੇ ਜਾਂਦੇ, ਉੱਥੇ ਮੋਤੀ ਵਿਖਾਉਂਦੇ ਆ। ਮਹਾਰਾਜ ਵਾਪਸ ਆਉਂਦੇ। ਸਾਰਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਨੇ ਕੀਤਾ ਹੈ। ਤੇ ਪੁੱਛਦੇ ਜਿੱਥੇ ਗਏ ਸੋ ਪਾਣੀ ਨਹੀਂ ਲਿਆਏ। ਮਹਾਰਾਜ ਕਹਿੰਦੇ ਪਾਣੀ ਹੈ ਹੀ ਨਹੀਂ ਸੀ, ਮੈਂ ਲਿਆਉਂਦਾ ਕੀ। ਉਹ ਕਹਿੰਦੇ ਜੋ ਅਸੀਂ ਦਿਖਾਇਆ ਸੀ ਇਹਦੀ ਉਹ ਸੁਰਤ ਨਹੀਂ ਹੈ। ਮਹਾਰਾਜ ਸ਼ਮੇਰ ਪਰਬਤ ਤੇ ਉਹਨਾਂ ਦਾ ਭਲਾ ਕਰਕੇ ਆਉਂਦੇ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਰਿਦੁਆਰ ਜਾਂਦੇ ਹੈ। ਉੱਥੇ ਜਿਹੜੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ, ਮਹਾਰਾਜ ਉਹਨਾਂ ਨੂੰ ਸਮਝਾਉਂਦੇ ਹੈ ਕਿ ਪਿੱਤਰਾਂ ਨੂੰ ਪਾਣੀ ਇਦਾਂ ਨਹੀਂ ਜਾਂਦਾ ਹੁੰਦਾ।
ਮਹਾਰਾਜ ਕਹਿੰਦੇ ਜਿਉਂਦੇ ਜੀ ਪਿੱਤਰਾਂ ਨੂੰ ਪਾਣੀ ਦਿਓ, ਮਰਨ ਤੋਂ ਬਾਅਦ ਕੀ ਫਾਇਦਾ ਇਸ ਪਾਣੀ ਦਾ ਦੇਣ ਦਾ। ਮਹਾਰਾਜ ਲਹਿੰਦੇ ਵੱਲ ਨੂੰ ਪਾਣੀ ਝਲਟ ਕੇ ਉਹਨਾਂ ਦਾ ਭਰਮ ਦੂਰ ਕਰਦੇ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਇੱਕ ਪਾਂਡੇ ਦਾ ਉਧਾਰ ਕਰਦੇ ਹੈ, ਜਿਹੜਾ ਪਾਂਡਾ ਕਰਮ ਕਾਂਡ ਕਰ ਰਿਹਾ ਸੀ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ। ਮਹਾਰਾਜ ਉਹਦਾ ਉਧਾਰ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਚੱਲਦੇ। 4 ਉਦਾਸੀਆਂ ਨੇ ਤੇ 4 ਉਦਾਸੀਆਂ ਵਿੱਚ ਬਹੁਤ ਸੰਖੇਪ ਜਿਹਾ ਜ਼ਿਕਰ ਕਰ ਰਹੇ ਹੈ। ਮਹਾਰਾਜ ਸੱਜਣ ਦੀ ਸਰਾਂ 'ਚ ਪਹੁੰਚਦੇ ਹੈ, ਉਹਦਾ ਭਲਾ ਕਰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਸਲੀ ਸੱਜਣ ਬਣਾ ਕੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਧਰਮਸ਼ਾਲ ਬਣਾਉਂਦੇ। ਉਹਦੇ ਇਉਂ ਕਹਿ ਲਓ ਜਿਹੜੀ ਉਹਦੀ ਕਤਲਗਾਹ ਸੀ ਉਹਨੂੰ ਮਹਾਰਾਜ ਧਰਮਸ਼ਾਲ ਦੇ ਰੂਪ ਵਿੱਚ ਬਦਲ ਦਿੱਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਣ ਦੇਖਦੇ ਨੇ ਕਿ ਇਸ ਜਗਤ ਜਲੰਦੇ ਦਾ ਭਲਾ ਕਰਨ ਲਈ ਕਿੱਥੇ ਕਿੱਥੇ ਮਹਾਰਾਜ ਨੂੰ ਜਾਣਾ ਪਿਆ। ਮੈਂ ਇੱਕ ਪੌੜੀ ਤੁਹਾਨੂੰ ਸੁਣਾ ਦਿੰਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੰਬੰਧ ਵਿੱਚ, ਆਪਾਂ ਕੀਰਤਨ ਰੂਪ ਵਿੱਚ ਵੀ ਉਹਨੂੰ ਸਰਵਣ ਕਰਦੇ ਹਾਂ, ਜਿਹਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਰਦ ਸੂਰਮੇ ਨੇ, ਸ਼ੇਰ ਦੀ ਦਹਾੜ ਨਾਲ ਹਿਰਨ ਸਾਰੇ ਭੱਜ ਗਏ ਸੀ, ਅੱਗੇ ਲਾ ਕੇ ਕੋਈ ਟਿਕਦਾ ਨਹੀਂ ਸੀ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਾਂ ਇਉਂ ਕਹਿ ਲਓ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੂਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ, ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ। ਗੁਰੂ ਨਾਨਕ ਮਾਰੇ 9 ਖੰਡ ਪ੍ਰਿਥਵੀ ਦਾ ਭਰਮਣ ਕੀਤਾ ਹੈ। ਇਹਦੇ ਵਿੱਚ ਮੈਂ ਜ਼ਿਕਰ ਕਰਨ ਲੱਗਿਆ ਸੀ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਗੁਰੂ ਨਾਨਕ ਸਾਹਿਬ ਗਰਜੇ ਤੇ ਜਿਹੜੀਆਂ ਮਿਰਗ ਦੀਆਂ ਡਾਰਾਂ ਸੀ ਉਹ ਅੱਗੇ ਲਾ ਕੇ ਭੱਜੀਆਂ ਨੇ। ਮਿਰਗ ਦੀਆਂ ਡਾਰਾਂ ਕੀ ਸਨ? ਤੇ ਇਹਦੇ ਵਿੱਚ ਇੱਕ ਭਾਈ ਸਾਹਿਬ ਨੇ ਸ਼ਬਦ ਵਰਤਿਆ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਮੈਂ ਜਿਹੜਾ ਸ਼ੁਰੂ 'ਚ ਜ਼ਿਕਰ ਕੀਤਾ ਸੀ ਨਾ ਕਿ ਮਹਾਰਾਜ ਪੰਡਤ ਹਰਦਿਆਲ ਨੂੰ ਕਹਿੰਦੇ ਮੈਂ ਜਨੇਊ ਨਹੀਂ ਪਾਣਾ, ਇਹ ਜਿਹੜੇ ਧਾਰਮਿਕ ਤੌਰ ਤੇ ਜੋ ਲੁੱਟ ਹੋ ਰਹੀ ਹੈ ਉਹਦਾ ਹੁਣ ਮੈਂ ਜ਼ਿਕਰ ਥੋੜਾ ਜਿਹਾ ਕਰਨ ਲੱਗਿਆ। ਆਸਾ ਦੀ ਵਾਰ ਵਿੱਚੋਂ ਸ਼ਬਦ ਲੈਣੇ ਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਰੇ ਭਾਈ ਗੁਰਦਾਸ ਕਹਿੰਦੇ ਨੇ ਸੂਰਜ ਚੜ੍ਹਿਆ ਤਾਰੇ ਛਿਪ ਗਏ, ਸਿੰਜ ਗਰਜਿਆ ਹਿਰਨਾਂ ਦੀਆਂ ਡਾਰਾਂ ਅੱਗੇ ਲੱਗ ਗਈਆਂ। ਉਹ ਸੂਰਜ ਚੜ੍ਹਨਾ ਕੀ ਸੀ ਤੇ ਤਾਰੇ ਛਿਪਣੇ ਕੀ ਸੀ? ਧੁੰਦ ਕੀ ਹੁੰਦੀ ਹੈ? ਗੁਰਮੁਖ ਗੱਲ ਚੇਤੇ ਰੱਖਿਓ ਜੇ। ਅਸੀਂ ਪੰਜਾਬ ਦੀ ਮੈਂ ਗੱਲ ਕਰਨ ਲੱਗਿਆ, ਇੱਥੋਂ ਦੀ ਉਦਾਹਰਨ ਨਹੀਂ ਦੇਣ ਲੱਗਿਆ, ਪੰਜਾਬ ਦੀ ਉਦਾਹਰਨ ਦੇਣ ਲੱਗਿਆ। ਉੱਥੇ ਧੁੰਦ ਇੰਨਾ ਨੁਕਸਾਨ ਕਰਦੀ ਇਹਨਾਂ ਦਿਨਾਂ ਵਿੱਚ ਸ਼ੁਰੂ ਹੋਣੀ ਹੈ ਨਾ। ਹੁਣ ਤੁਹਾਨੂੰ ਪਤਾ ਧੁੰਦ ਚਿੱਟੀ ਹੁੰਦੀ ਹੈ ਤੇ ਜਿਹੜਾ ਹਨੇਰਾ ਹੁੰਦਾ ਨਾ ਉਹ ਦੂਰ ਕਰਨ ਲਈ ਬੜਾ ਸੌਖਾ ਜਿਹਾ ਕੰਮ ਹੈ। ਦੀਵਾ ਜਗਾ ਦਿਓ, ਲਾਈਟ ਜਗਾ ਦਿਓ, ਚਲੇ ਜਾਂਦਾ ਨਾ। ਆਪਾਂ ਗੱਡੀ ਵੀ ਚਲਾਉਂਦੇ ਹੋਈਏ, ਹਨੇਰਾ ਹੋਵੇ ਤੇ ਲਾਈਟਾਂ ਜਗਾ ਦਿਓ, ਹਨੇਰਾ ਚਲੇ ਜਾਂਦਾ। ਧੁੰਦ ਵਿੱਚ ਤੁਹਾਡੀ ਗੱਡੀ ਦੀਆਂ ਲਾਈਟਾਂ ਵੀ ਜਗਦੀਆਂ ਹੋਣ, ਸੂਰਜ ਵੀ ਐ ਟਿੱਕੀ ਚੜੀ ਹੋਵੇ, ਉਹਦੀ ਸੂਰਜ ਵੀ ਚੜਿਆ ਹੋਵੇ ਤੇ ਤਾਂ ਵੀ ਤੁਹਾਨੂੰ ਦਿਸਦਾ ਨਹੀਂ। ਜਿੰਨੇ ਐਕਸੀਡੈਂਟ ਧੁੰਦ ਵਿੱਚ ਹੁੰਦੇ ਆ ਇੰਨੇ ਹਨੇਰੇ ਵਿੱਚ ਨਹੀਂ ਹੁੰਦੇ, ਕਾਲੇ ਹਨੇਰੇ 'ਚ ਨਹੀਂ ਹੁੰਦੇ। ਕਾਲਾ ਹਨੇਰਾ ਕੀ ਸੀ? ਕਾਲਾ ਹਨੇਰਾ ਸੀ ਇਉਂ ਕਹਿ ਲਓ ਕਿ ਮਲਕ ਭਾਗੋ ਉਸੇ ਵੇਲੇ ਚਲਿਆ ਗਿਆ। ਕਾਲਾ ਹਨੇਰਾ ਕੀ ਸੀ? ਸੱਜਣ ਠੱਗ ਉਸੇ ਵੇਲੇ ਚਲਿਆ ਗਿਆ। ਕਾਲਾ ਹਨੇਰਾ ਕੀ ਸੀ? ਭੀਮੀਆਂ ਚੋਰ ਉਸੇ ਵੇਲੇ ਚਲਿਆ ਗਿਆ। ਕਾਲਾ ਹਨੇਰਾ ਕੀ ਸੀ? ਬਲੀ ਕੰਧਾਰੀ। ਇਹ ਕਾਲੇ ਹਨੇਰੇ ਸੀ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਉਸੇ ਵੇਲੇ ਦੂਰ ਹੋ ਗਏ। ਸਭ ਤੋਂ ਵੱਡੀ ਧੁੰਦ ਸੀ ਜਿਹੜੀ ਦੂਰ ਨਹੀਂ ਹੋਈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਯਤਨ ਕੀਤਾ, ਮੈਂ ਨਹੀਂ ਕਹਿੰਦਾ ਦੂਰ ਨਹੀਂ ਹੋਈ, ਪਰ ਜਿੰਨਾ ਮਹਾਰਾਜ ਨੂੰ ਧੁੰਦ ਨੂੰ ਦੂਰ ਕਰਨ ਲਈ ਜ਼ੋਰ ਲਾਉਣਾ ਪਿਆ। ਧੁੰਦ ਕੀ ਸੀ? ਜੋਗੀ, ਕਾਜੀ ਤੇ ਬ੍ਰਾਹਮਣ। ਇਹਨਾਂ ਨਾਲ ਮਹਾਰਾਜ ਨੇ ਜਿੰਨਾ ਸ਼ਬਦ ਸਿੱਧਾ ਹੋ ਜੇ ਵਰਤਣ ਲੱਗਾ, ਜਿੰਨਾ ਮੱਥਾ ਮਹਾਰਾਜ ਨੂੰ ਇਹਨਾਂ ਨਾਲ ਮਾਰਨਾ ਪਿਆ ਨਾ, ਉਹਨਾਂ ਦੂਜਿਆਂ ਨਾਲ ਨਹੀਂ ਮਾਰਨਾ ਪਿਆ ਮਹਾਰਾਜ ਨੂੰ। ਤੇ ਜਿੰਨੇ ਸਵਾਲ ਇਹਨਾਂ ਨੇ ਗੁਰੂ ਨਾਨਕ ਸਾਹਿਬ ਤੇ ਕੀਤੇ ਨੇ ਕਿਸੇ ਹੋਰ ਨੇ ਕੀਤੇ ਵੀ ਨਹੀਂ। ਸਿੱਧ ਗੋਸ਼ਟ ਬਾਣੀ ਪੜ੍ਹਿਓ ਜੇ, ਮੈਂ ਕਹਿੰਦਾ ਹੈਰਾਨ ਉਹਨਾਂ ਤੋਂ ਵੀ ਜਾਈਏ। ਉਹ ਕੋਈ ਆਮ ਬੰਦੇ ਨਹੀਂ ਸੀ। ਉਹਨਾਂ ਦੇ ਸਵਾਲ ਵੀ ਏਡੇ ਏਡੇ ਵੱਡੇ, ਏਡੇ ਡੂੰਘੇ ਸਵਾਲ ਨੇ ਜਿਹਦਾ ਜਵਾਬ ਕੇਵਲ ਗੁਰੂ ਨਾਨਕ ਸਾਹਿਬ ਹੀ ਦੇ ਸਕਦੇ ਸੀ, ਉਸ ਤੋਂ ਦਿੱਤਾ ਵੀ ਨਹੀਂ ਸੀ ਜਾਣਾ। ਬੜੇ ਡੂੰਘੇ ਸਵਾਲ ਨੇ ਉਹਨਾਂ ਦੇ। ਉਹ ਇੱਕ ਵਾਰ ਪੁੱਛਦੇ ਵੀ ਆ ਮਹਾਰਾਜ ਨੂੰ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਸਾਡੇ ਵਰਗਾ ਜੋਗੀ ਤੂੰ ਵੀ ਬਣਿਆ, ਕਾਹਦੇ ਵਾਸਤੇ ਬਣਿਆ? ਘਰ ਬਾਰ ਤਾਂ ਤੂੰ ਵੀ ਛੱਡਿਆ ਹੈ। ਪੁੱਛਦੇ ਮਹਾਰਾਜ ਨੂੰ। ਮਹਾਰਾਜ ਨੇ ਕਿਹਾ ਗੁਰਮੁਖ ਖੋਜਤ ਭਏ ਉਦਾਸੀ, ਮੈਂ ਗੁਰਮੁਖਾਂ ਨੂੰ ਭਾਲ ਕਰਨ ਵਾਸਤੇ ਤਰਿਆ ਹਾਂ। ਸਾਚ ਵਖਰ ਕੇ ਹਮ ਵਣਜਾਰੇ, ਮੈਂ ਸੱਚ ਦਾ ਵਪਾਰ ਕਰਨ ਲਈ ਤੁਰਿਆ, ਕੋਈ ਵਣਜਾਰਾ ਤੁਰੇ ਤਾਂ ਸਹੀ ਮੇਰੇ ਨਾਲ। ਮਹਾਰਾਜ ਇਸ ਤਰ੍ਹਾਂ ਮੈਂ ਬੇਨਤੀ ਕਰਨ ਲੱਗਿਆ ਕਿ ਸਿੱਧਾਂ ਨਾਲ ਮਹਾਰਾਜ ਦਾ ਬਹੁਤ ਲੰਮੀ ਚੌੜੀ ਵਾਰਤਾ ਹੁੰਦੀ ਹੈ। ਮੈਂ ਜਿਹੜਾ ਜ਼ਿਕਰ ਕਰਨ ਲੱਗਿਆ, ਭਾਈ ਗੁਰਦਾਸ ਨੇ ਕਿਹਾ ਨਾ ਵੀ ਤਾਰੇ ਛਪ ਗਏ, ਸੂਰਜ ਚੜਿਆ,
ਸ਼ੇਰ ਗਰਜਿਆ, ਉਹਦਾ ਹੁਣ ਮੈਂ ਜ਼ਿਕਰ ਕਰਨ ਲੱਗਿਆ। ਆਸਾ ਦੀ ਵਾਰ ਵਿੱਚ ਮਹਾਰਾਜ ਕਹਿੰਦੇ ਨੇ ਇਹ ਧੁੰਦ ਇੰਨੀ ਜ਼ਿਆਦੀ ਗਹਿਰਾ ਸੀ ਜਿਹਦੇ ਵਿੱਚ ਲੋਕਾਂ ਦਾ ਕਤਲੇਆਮ, ਸਰੀਰਕ ਤੌਰ ਤੇ ਨਹੀਂ ਹੁਣ ਮੈਂ ਕਹਿ ਰਿਹਾ, ਮਾਨਸਿਕ ਤੌਰ ਤੇ ਲੋਕ ਕਿਵੇਂ ਰੋਜ਼ ਦੇ ਰੋਜ਼ ਕਤਲ ਹੁੰਦੇ ਸੀ। ਉਹਦਾ ਭਾਈ ਸਾਹਿਬ ਜ਼ਿਕਰ ਕਰਦੇ ਆ, ਮਾਨਸ ਖਾਣੇ ਕਰੈ ਨਿਵਾਜ, ਆਸ ਜਿਹੜੀ ਧੁੰਦ ਪਈ ਹੋਈ ਸੀ ਇੱਥੇ, ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਿਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪਿਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਇਹ ਧੁੰਦ ਪਈ ਹੋਈ ਸੀ। ਮੱਥੇ ਟਿੱਕਾ, ਤੇੜ ਧੋਤੀ ਕਖਾਈ, ਇਹ ਹਿੰਦੂ ਆਪਣਾ ਲਿਬਾਸ ਬਣਾ ਕੇ ਇਦਾਂ ਕਰ ਰਿਹਾ ਸੀ। ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਾਣ, ਮਲੇਸ਼ ਧਾਨ ਲੈ ਪੂਜੇ ਆ, ਭਾਖਿਆ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੇ, ਤਨ ਫਿੱਟੈ ਫੇੜ ਕਰੇਣ, ਮਨ ਜੂਠੈ ਚੁੱਲੀ ਭਰੇਣ। ਇਹਦਾ ਕੀ ਅਰਥ ਹੋ ਗਿਆ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਜਿਹੜਾ ਹਾਕਮ ਹੈ ਮੁਸਲਮਾਨ, ਉਹਦਾ ਅੱਗੋਂ ਕਰਿੰਦਾ ਹੈ, ਉਹ ਜਿਹੜਾ ਅੱਗੋਂ ਉਹਦਾ ਕਰਮਚਾਰੀ ਉਹ ਖੱਤਰੀ ਹੈ, ਤੇ ਖੱਤਰੀ ਦੇ ਅੱਗੋਂ ਘਰ ਵਿੱਚ ਜਿਹੜਾ ਸਾਰੇ ਧਰਮ ਦੀਆਂ ਰਸਮਾਂ ਕਰਦਾ ਉਹ ਬ੍ਰਾਹਮਣ ਹੈ। ਵੇਖੋ ਗੁਰੂ ਨਾਨਕ ਸਾਹਿਬ ਦੀ ਸੋਚ। ਮਹਾਰਾਜ ਕਹਿੰਦੇ ਜਿਹੜਾ ਹਾਕਮ ਇਸਲਾਮ ਵਾਲਾ ਉਹ ਜੋ ਕੁਝ ਕਰਦਾ ਉਹਦੇ ਘਰੇ ਖੱਤਰੀ ਅੱਗੋਂ ਨੇ ਅਹਿਲਕਾਰ ਬਣਾਇਆ ਹੋਇਆ ਹੈ, ਤੇ ਖੱਤਰੀ ਨੇ ਅੱਗੋਂ ਘਰ ਵਿੱਚ ਜਿਹੜੀਆਂ ਕਿਰਿਆ ਕਰਮ ਕਰਦਾ ਉਹ ਬ੍ਰਾਹਮਣ ਹੈ। ਮਹਾਰਾਜ ਕਹਿੰਦੇ ਜਿਹੜਾ ਕੰਮ ਜਿਹਨੂੰ ਮਲੇਸ਼ ਕਹਿੰਦੇ ਸਨ, ਜੋ ਉਹ ਕਿਰਤ ਕਰਦਾ ਖੱਤਰੀ ਦੇ ਘਰ ਵਿੱਚ ਜਾਂਦੀ ਹੈ, ਉਹ ਖੱਤਰੀ ਦੇ ਘਰ ਵਿੱਚੋਂ ਪੈਸਾ ਬ੍ਰਾਹਮਣ ਦੇ ਘਰ ਵਿੱਚ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਉਤਰਾ ਚੁੜੀਆਂ ਭਰ ਭਰ ਕੇ ਕਹਿੰਦਾ ਮੈਂ ਸਭ ਤੋਂ ਵੱਡਾ ਹਾਂ, ਉਦਾਂ ਕਹਿ ਰਿਹਾ ਮੈਂ ਸਭ ਤੋਂ ਉੱਚਾ ਹਾਂ, ਪਵਿੱਤਰ ਕਹਿ ਰਿਹਾ। ਮਹਾਰਾਜ ਕਹਿੰਦੇ ਆ ਕਿੱਥੋਂ ਰਿਹਾ ਸਾਰਾ ਕੁਝ? ਇਹ ਗੁਰੂ ਨਾਨਕ ਸਾਹਿਬ ਹੀ ਕਹਿ ਸਕਦੇ ਹੈ। ਫਿਰ ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦੇ ਤੁਸੀਂ ਗਾਂ ਨੂੰ ਪੂਜਦੇ ਹੋ, ਬ੍ਰਾਹਮਣ ਨੂੰ ਦੇਵਤਾ ਕਹਿੰਦੇ ਹੋ। ਉਹ ਮਹਾਰਾਜ ਕਹਿੰਦੇ ਇੰਨੀ ਤੁਹਾਡੀ ਜ਼ਮੀਰ ਮਰ ਗਈ ਕਿ ਤੁਸੀਂ ਜਦੋਂ ਉੱਥੇ ਬੈਠਦੇ ਹੋ, ਮਹਾਰਾਜ ਕਹਿੰਦੇ ਕਰਮਚਾਰੀ ਤੁਸੀਂ ਖੱਤਰੀ ਹੋ ਨਾ, ਤੇ ਮਹਾਰਾਜ ਕਹਿੰਦੇ ਬ੍ਰਾਹਮਣ ਨੇ ਲੰਘਣਾ ਹੁੰਦਾ ਉਹਦੇ ਕੋਲੋਂ ਪੈਸੇ ਲੈਂਦੇ ਹੋ, ਟੈਕਸ ਲੈਂਦੇ ਹੋ। ਜਿਹੜੀ ਗਾਂ ਦੇ ਗੋਬਰ ਤੋਂ ਬਾਅਦ ਪੋਚਾ ਫੇਰ ਕਹਿੰਦੇ ਹੋ ਚੌਂਕਾ ਪਵਿੱਤਰ ਹੋ ਗਿਆ, ਉਸ ਗਾਂ ਨੂੰ ਨੰਗਾਉਣ ਲੱਗਿਆ ਮਹਾਰਾਜ ਕਹਿੰਦੇ ਪੈਸੇ ਲੈਂਦੇ ਹੋ, ਕਾਹਦੇ ਤੁਸੀਂ ਧਰਮੀ ਹੋ। ਇਹਦਾ ਮਤਲਬ ਸ਼ੇਰ ਗਰਜਿਆ ਨਾ, ਗੁਰੂ ਨਾਨਕ ਮਹਾਰਾਜ ਦੀ ਗਰਜ ਨੇ ਸਾਰਿਆਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ। ਮਹਾਰਾਜ ਕਹਿੰਦੇ ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾ ਖਾਈ, ਅੰਤਰ ਪੂਜਾ ਪੜੈ ਕਤੇਬਾ, ਸੰਜਮ ਤੁਰਕਾ ਭਾਈ ਛੋਡੀ ਲੈ ਪਖੰਡਾ। ਮਹਾਰਾਜ ਕਹਿੰਦੇ ਛੱਡੋ ਪਖੰਡੀਆ, ਜਦੋਂ ਅੰਦਰ ਬਹਿਣਾ ਉਦੋਂ ਆਪਣੀ ਗੀਤਾ ਕੱਢ ਕੇ ਬਹਿ ਜਾਣਾ, ਜਾ ਕੇ ਮੁਸਲਮਾਨਾਂ ਕੋਲੇ ਕੁਰਾਨ ਕੱਢ ਕੇ ਬਹਿ ਜਾਣਾ। ਅਸੀਂ ਵੀ ਤਾਂ ਇਹੀ ਕੁਝ ਕਰਦੇ ਹਾਂ ਨਾ। ਗੁਰੂ ਗ੍ਰੰਥ ਸਾਹਿਬ ਨੂੰ ਬਾਹਰੀ ਤੌਰ ਤੇ ਕਈ ਜ਼ਰੂਰ ਜਾਂਦੇ ਹਾਂ, ਅਸੀਂ ਗੁਰੂ ਨੂੰ ਮੰਨਦੇ, ਗੁਰੂ ਨੂੰ ਮੰਨਦੇ, ਮੰਨਦੇ ਕੋਈ ਨਹੀਂ ਆਪਾਂ। ਸੱਚੀ ਗੱਲ ਜੇ ਮੰਨਦੇ ਹੋਈਏ ਨਾ ਤੇ ਫਿਰ ਜਾ ਕੇ ਉੱਥੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਲੜਕੀ ਦਾ ਲੜਕੇ ਦਾ ਵਿਆਹ ਰੱਖਿਆ ਤੇ ਅਸੀਂ ਦਿਨ ਦੱਸਿਓ ਕਿਹੜਾ ਹੈ। ਫਿਰ ਕਿਸੇ ਬਾਬੇ ਕੋਲੋਂ ਮੌਲੀਆਂ ਬਣਾਉਣ ਦੀ ਲੋੜ ਨਹੀਂ, ਫਿਰ ਨਗ ਪਾਉਣ ਦੀ ਲੋੜ ਨਹੀਂ। ਇਹ ਗੁਰਮੁਖੋ ਅਸੀਂ ਕਹਿ ਜ਼ਰੂਰ ਹੈ, ਮਹਾਰਾਜ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਮਨਾ ਰਹੇ ਹਨ ਤੇ ਦੂਜਿਆਂ ਤੇ ਹਮੇਸ਼ਾ ਹੀ ਕਹੀ ਜਾਂਦੇ ਉਹਨਾਂ ਨੂੰ ਕਹਿ ਰਹੇ, ਉਹਨਾਂ ਨੂੰ ਕਹਿ ਰਹੇ, ਉਹਨਾਂ ਨੂੰ। ਅਸੀਂ ਆਪਣੇ ਵਿੱਚ ਤੇ ਕਦੀ ਵੇਖੀਏ ਨਾ, ਆਪਣੇ ਵੇਲੇ ਝਾਤ ਮਾਰ ਕੇ ਦੇਖੇ ਨਾ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਅਸੀਂ ਸਿੱਖ ਗੁਰੂ ਨਾਨਕ ਸਾਹਿਬ ਦੇ ਬਣੇ ਆ, ਪਰ ਮੰਨਦੇ ਵੀ ਆ ਕਿ ਨਹੀਂ। ਮਹਾਰਾਜ ਕਹਿੰਦੇ ਗੋਬਰ ਤਰ ਧੋਤੀ ਟਿੱਕਾ ਤੈ ਜਪ ਮਾਲੀ, ਧਨ ਮਲੇਸ਼ਾ ਖਾਈ, ਅੰਤਰ ਪੂਜਾ ਪੜੈ ਕਤੇਬਾਂ। ਮਹਾਰਾਜ ਕਹਿੰਦੇ ਅੰਦਰ ਕੋਈ ਹੋਰ ਪੂਜਾ ਕਰਦਾ, ਬਾਹਰ ਕੁਝ ਹੋਰ ਕਰਦਾ ਤੂੰ। ਸੰਜਮ ਤੁਰਕਾ ਭਾਈ, ਮਹਾਰਾਜ ਕਹਿੰਦੇ ਛੋਡੀ ਲੈ ਪਖੰਡਾ, ਉਹ ਛੱਡ ਮਾਰੇ ਕਿਹੜੇ ਪਖੰਡ 'ਚ ਪਿਆ ਹੈ। ਨਾਮ ਲਿਆ ਜਾਏ ਤਰੰਦਾ, ਜੇ ਪਰਮਾਤਮਾ ਦੇ ਨਾਮ ਨਾਲ ਜੁੜੀਏ ਤਾਂ ਤਰੀਦਾ ਹੈ, ਇਹੋ ਜਿਹਾ ਪਖੰਡਾਂ 'ਚੋਂ ਬਾਹਰ ਨਿਕਲ। ਫਿਰ ਮਹਾਰਾਜ ਕਹਿੰਦੇ ਜੇ ਮੁਹਾਕਾ ਘਰ ਮੋਹੇ ਘਰ ਮੈਂ ਪਿਤਰੀ ਦੇ। ਥੋੜਾ ਜਿਹਾ ਤੁਹਾਡਾ ਸਮਾਂ ਅੱਜ ਮੈਂ ਵੱਧ ਲੈ ਰਿਹਾ ਕਿਉਂਕਿ ਵਿਸ਼ੇਸ਼ ਦੀਵਾਨ ਹੈ, ਤਾਂ ਕਰਕੇ 5-7 ਮਿੰਟ ਹੋਰ ਤੁਸੀਂ ਬੈਠੇ ਹੋ ਜੇ। ਮਹਾਰਾਜ ਕਹਿ ਰਹੇ ਨੇ, ਹੁਣ ਮੈਂ ਸਾਰੇ ਇਸ ਗੱਲ ਉੱਤੇ ਬੋਲ ਰਿਹਾ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਕੀ ਹੈ। ਆਪਾਂ ਮਹਾਰਾਜ ਦੇ ਜੀਵਨ ਤਾਂ ਹਰ ਸਾਲ ਵਿਚਾਰ ਲੈਂਦੇ ਹਾਂ, ਸਿੱਖਿਆਵਾਂ ਮਹਾਰਾਜ ਦੀਆਂ ਕੀ ਨੇ। ਮਹਾਰਾਜ ਕਹਿੰਦੇ ਜੇ ਮੁਹਾਕਾ ਘਰ ਮੋਏ ਘਰ ਮੈਂ ਪਿਤਰੀ ਦੇ, ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ ਮੁਸਬੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਇਹਦਾ ਅਰਥ ਕੀ ਹੋ ਗਿਆ? ਮਹਾਰਾਜ ਕਹਿੰਦੇ ਜਿਹੜੇ ਕਹਿੰਦੇ ਸੀ ਵੀ ਪਿਤਰਾਂ ਨੂੰ ਜਦੋਂ ਕਿਸੇ ਭੋਜਨ ਛਕਾਓ ਪੰਡਤ ਨੂੰ, ਅੱਜ ਦੇ ਸਮੇਂ ਵਿੱਚ ਭਾਈ ਨੂੰ, ਤੇ ਕਹਿੰਦੇ ਭੋਜਨ ਚਲੇ ਜਾਂਦਾ ਹੈ, ਅੱਗੇ ਪਹੁੰਚ ਜਾਂਦਾ ਹੈ। ਮੈਨੂੰ ਵੀ ਮੈਂ ਅੱਗੇ ਕਈ ਵਾਰ ਕਿਹਾ, ਜਦੋਂ ਕੋਈ ਸ਼ਰਾਧ ਦਾ ਨਾਂ ਲੈ ਕੇ ਕਵੇ ਵੀ ਰੋਟੀ ਖਵਾਉਣੀ, ਆਪਾਂ ਤੇ ਨਾ ਕਰ ਦਿੰਦੇ ਆ। ਹਾਂ ਤੁਸੀਂ ਇਹ ਕਹੋ ਠੀਕ ਆ, ਭਾਵੇਂ ਉਹਨਾਂ ਦੀ ਸੁਰਤ ਵਿੱਚ ਉਹੀ ਚੱਲਦਾ ਹੁੰਦਾ ਹੈ,
ਫਿਰ ਉਹ ਇਹ ਤਰੀਕਾ ਵਰਤ ਲੈਂਦੇ 5 ਬਾਬਿਆਂ ਨੂੰ ਪ੍ਰਸ਼ਾਦਾ ਛਕਾਉਣਾ। ਪਰ ਉੱਥੇ ਅਸੀਂ ਕੋਈ ਸ਼ਰਾਧ ਦੀ ਅਰਦਾਸ ਨਹੀਂ ਕਰਦੇ, ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਸਾਡੀ ਖਾਧੀ ਰੋਟੀ ਜਿਹੜੀ ਉਹਨਾਂ ਨੂੰ ਪਹੁੰਚ ਜਾਏ। ਉੱਥੇ ਦਾਣਾ ਪਾਣੀ ਗੁਰੂ ਦਾ ਟਹਿਲ ਸਿੱਖਾਂ ਸੇਵਕਾਂ ਦੀ ਹੈ। ਇਹ ਤਾਂ ਕੋਈ ਵੀ ਕਰ ਸਕਦਾ ਨਾ, ਪਰ ਇਹ ਭਾਵਨਾ ਬਣਾ ਕੇ ਤੁਸੀਂ ਰੋਟੀ ਨਾ ਖਵਾਓ ਵੀ ਜੇ ਬਾਬੇ ਨੂੰ ਖਵਾ ਦਿਆਂਗੇ ਤੇ ਸਾਡੇ ਵੱਡਿਆਂ ਨੂੰ ਪਹੁੰਚ ਜਾਏਗੀ। ਨਾ ਕਿਸੇ ਬਾਬੇ ਨੂੰ ਖਵਾ ਕੇ ਰੋਟੀ ਉੱਤੇ ਪਹੁੰਚਣੀ। ਗੁਰੂ ਨਾਨਕ ਸਾਹਿਬ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਸਾਹਿਬ ਕਹਿ ਰਹੇ, ਜਿਨ੍ਹਾਂ ਦਾ ਪੁਰਬ ਮਨਾ ਰਹੇ ਆ, ਉਹ ਕਹਿ ਰਹੇ ਨਹੀਂ ਪਹੁੰਚਦੀ। ਅਸੀਂ ਫਿਰ ਵੀ ਪਹੁੰਚਾਉਣ ਦੇ ਯਤਨ ਤਾਂ ਕਰਦੇ ਹੀ ਆ ਨਾ। ਮਹਾਰਾਜ ਕਹਿੰਦੇ ਜੇ ਭਾਲੋ, ਇਹ ਵਿਅੰਗ ਚ ਮਹਾਰਾਜ ਨੇ ਕਿਹਾ। ਮਹਾਰਾਜ ਕਹਿੰਦੇ ਮੰਨ ਲਓ ਕੋਈ ਚੋਰ ਹੋਵੇ ਤੇ ਉਹਨੇ ਕਿਸੇ ਦੇ ਘਰੇ ਚੋਰੀ ਕਰਕੇ ਚੋਰੀ ਦਾ ਮਾਲ ਹੀ ਲਿਆਉਣਾ ਨਾ। ਕਿਸੇ ਘਰੋਂ ਦਾਲ ਲਿਆ, ਕਿਸੇ ਘਰੋਂ ਆਟਾ ਲਿਆ, ਕਿਸੇ ਦੇ ਘਰੋਂ ਸਬਜ਼ੀ ਭਾਜੀ ਗੰਢੇ ਪਿਆਜ਼ ਚੁੱਕ ਲਿਆ, ਕਿਸੇ ਦੇ ਘਰੋਂ, ਹਨਾ। ਚੋਰ ਸੀ, ਉਹਨੇ ਸਾਰਾ ਕੁਝ ਤਿਆਰ ਕਰ ਲਿਆ, ਉਧਰ ਭਾਈ ਨੂੰ ਸੱਦ ਲਿਆ, ਉਹਨੇ ਰੋਟੀ ਖਵਾਈ, ਉਹਨੇ ਅਰਦਾਸ ਕੀਤੀ ਕਿ ਇਹਦੀ ਖਵਾਦੀ ਹੋਈ ਰੋਟੀ ਜਿਹੜੀ ਉੱਪਰ ਪਹੁੰਚ ਜਾਏ। ਮਹਾਰਾਜ ਕਹਿੰਦੇ ਦਲਾਲਾ ਤੇਰੇ ਹੱਥ ਵੱਢਣੇ ਚਾਹੀਦੇ ਐ, ਤੂੰ ਆਪ ਦਲਾਲੀ ਕਰਕੇ ਇਹ ਚੋਰ ਦੇ ਘਰ ਦਾ ਖਾਧਾ ਖਾਣਾ ਅੱਗੇ ਪਹੁੰਚਾ ਕੇ ਉਹਨਾਂ ਨੂੰ ਵੀ ਚੋਰ ਬਣਾਤਾ ਜਿਹੜੇ ਵਿਚਾਰੇ ਭਲੇ ਮਾਨਸ ਉੱਤੇ ਬੈਠੇ ਸੀ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਮੰਨਦੇ ਉਹਨਾਂ ਨੂੰ, ਵਿਅੰਗ ਚ ਕਹਿ ਰਹੇ ਨੇ ਮਹਾਰਾਜ। ਮਹਾਰਾਜ ਕਹਿੰਦੇ ਉਹਨਾਂ ਦੇ ਘਰ ਦੀ ਵਸਤੂ ਸਿਆਣੀ ਗਈ ਨਾ। ਉਹਨਾਂ ਨੇ ਦੱਸਤਾ ਵੀ ਗੰਢੇ ਤੇ ਸਾਡੇ ਘਰੋਂ ਆਏ ਆ, ਆਟਾ ਤੇ ਸਾਡੇ ਘਰ ਦਾ ਸੀਗਾ। ਮਹਾਰਾਜ ਕਹਿੰਦੇ ਸਿਆਣ ਕੇ ਉੱਥੇ ਝਗੜਾ ਪਵਾ ਦਿੱਤਾ। ਉੱਥੇ ਬੈਠੇ ਕਹਿੰਦੇ ਆ ਚੋਰੀ ਕਰਕੇ ਸਾਡੇ ਘਰੋਂ ਸਮਾਨ ਤੁਹਾਡੇ ਧੀਆਂ ਪੁੱਤ ਖਵਾ ਕੇ ਤੁਹਾਨੂੰ ਚੋਰ ਬਣਾ ਰਹੇ। ਮਹਾਰਾਜ ਕਹਿੰਦੇ ਕੀ ਫਾਇਦਾ ਹੋਇਆ ਉਹਦਾ। ਮਹਾਰਾਜ ਕਹਿੰਦੇ ਜਿਉਂਦੇ ਜੀ ਸੇਵਾ। ਮੈਂ ਅੱਗੇ ਵੀ ਕਈ ਵਾਰ ਕਿਹਾ ਹੈ, ਜਿਉਂਦੇ ਜੀ ਮਾਂ ਬਾਪ ਨੂੰ। ਹੁਣ ਮੰਨ ਲਓ ਪਿਤਾ ਜੀ ਆਵਾਜ਼ਾਂ ਮਾਰਦੇ ਹੁਣ ਵੀ ਪੁੱਤ ਪਾਣੀ ਦਾ ਗਲਾਸ ਲਿਆ, ਤੁਸੀਂ ਭੱਜ ਕੇ ਗੁਰਦੁਆਰੇ ਆ ਜਾਓ, ਮੈਂ ਤਾਂ ਛਬੀਲ ਲਾਉਣ ਚੱਲਿਆ, ਤੇਰੀ ਛਬੀਲ ਕੀ ਕਰੂ ਉੱਥੇ। ਮਾਂ ਕਹਿੰਦੀ ਪੁੱਤ ਰੋਟੀ ਇੱਕ ਫੜਾ ਜਾ ਮੈਨੂੰ। ਉਹ ਕਹਿੰਦੀ ਮੈਂ ਤਾਂ ਗੁਰਦੁਆਰੇ ਲੰਗਰ ਪਕਾਉਣ ਚੱਲੀ। ਕੀ ਕਰੇਗਾ ਤੇਰਾ ਗੁਰਦੁਆਰੇ ਪਕਾਇਆ ਲੰਗਰ ਜਦੋਂ ਮਾਂ ਕਹਿੰਦੀ ਮੈਨੂੰ ਇੱਕ ਰੋਟੀ ਦੇ ਜਾ। ਉਹਨੂੰ ਤੇ ਰੋਟੀ ਨਹੀਂ ਦੇ ਰਹੇ ਆਪਾਂ। ਭੈਣੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਕਥਾਕਾਰ ਜਦੋਂ ਕਥਾ ਕਰਦਾ ਉਹਦਾ ਮਤਲਬ ਸਿਰਫ ਸਮੁੱਚੀ ਮਾਨਵਤਾ ਵਾਸਤੇ ਗੱਲ ਕਰਨਾ ਹੁੰਦਾ, ਕਿਸੇ ਨੂੰ ਅਟੈਕ ਕਰਨਾ ਨਹੀਂ ਹੁੰਦਾ। ਗੱਲ ਕਹਿਣ ਦਾ ਸਿਰਫ ਮੇਰਾ ਢੰਗ ਤਰੀਕਾ ਹੈ ਵੀ ਜਦੋਂ ਘਰਾਂ ਵਿੱਚ ਮਾਂ ਬਾਪ ਰੋਟੀ ਮੰਗਦੇ, ਪਾਣੀ ਮੰਗਦੇ, ਉੱਥੇ ਤਾਂ ਦਈਏ ਨਾ ਕੁਝ ਵੀ, ਤੇ ਉੱਦਾਂ ਅਸੀਂ ਕਹੀਏ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ। ਮਹਾਰਾਜ ਕਹਿੰਦੇ ਕੋਈ ਫਾਇਦਾ ਨਹੀਂ ਜੇ। ਜਿੰਨੇ ਜਿਉਂਦੇ ਜੀ ਮਾਂ ਬਾਪ ਨੂੰ ਰੋਟੀ ਖਵਾ ਦਿੱਤੀ, ਸਮਝ ਲਓ ਮਹਾਰਾਜ ਕਹਿੰਦੇ ਅਸੀਸਾਂ ਲੈ ਗਿਆ ਉੱਥੇ। ਉਹਨੇ ਮਰਨ ਤੋਂ ਬਾਅਦ ਕੁਝ ਕੀਤਾ ਨਹੀਂ ਕੀਤਾ, ਉਹਦੀ ਕੋਈ ਜ਼ਰੂਰਤ ਨਹੀਂ ਹੈ। ਮਹਾਰਾਜ ਨੇ ਕਹਿੰਦੇ ਨੇ ਇਹ ਵੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖਿਆ ਹੈ। ਖੈਰ ਅਖੀਰ ਤੇ ਸਮਾਪਤੀ ਕਰਨ ਲੱਗੇ ਆ। ਮਹਾਰਾਜ ਦਾ ਸਾਰਿਆਂ ਨਾਲ ਵਾਹ ਵਾਸਤਾ ਜਦੋਂ ਪੈ ਜਾਂਦਾ ਹੈ, ਭਲਾ ਕਰਦੇ ਮਹਾਰਾਜ, ਆਖਰੀ ਮਹਾਰਾਜ ਕਰਤਾਰਪੁਰ ਆ ਕੇ ਟਿਕ ਜਾਂਦੇ ਆ। ਇੱਥੇ ਫਿਰ ਧੰਨ ਗੁਰੂ ਨਾਨਕ ਮਹਾਰਾਜ ਜੀ ਇਲਾਕੇ ਵਿੱਚ ਵਿਚਰਦੇ ਆ। ਜਿਹੜਿਆਂ ਸਿੱਧਾਂ ਨਾਲ ਸਮੇਰ ਪਰਬਤ ਤੇ ਕੀ, ਹੋਰ ਇਲਾਕਿਆਂ 'ਚ ਕੀ, ਜੋਗੀਆਂ ਨਾਲ ਕੀ, ਦੂਰ ਦਰਾਡਿਆਂ ਤੇ ਮਹਾਰਾਜ ਪ੍ਰਚਾਰ ਕਰਨ ਜਾਂਦੇ ਰਹੇ। ਆਹ ਗੱਲ ਹੁਣ ਸਿੱਖੋ ਮੇਰੀ 1 ਘੰਟੇ ਦੀ ਕਥਾ ਦੀ ਸਾਰੀ ਗੱਲ ਦਾ ਅਖੀਰਲਾ ਨੁਕਤਾ ਹੁਣ ਤੁਸੀਂ ਇੰਨਾ ਕੁ ਚੇਤੇ ਰੱਖ ਲਿਓ, ਕਿਉਂਕਿ 1 ਘੰਟੇ ਦੀ ਕਥਾ ਸਾਰੀ ਤੇ ਚੇਤੇ ਰਹਿਣੀ ਨਹੀਂ। ਗੁਰੂ ਨਾਨਕ ਮਹਾਰਾਜ ਜੀ ਕਰਤਾਰਪੁਰ ਆ ਗਏ। ਇੱਥੋਂ ਮਹਾਰਾਜ ਅਚਲ ਵਟਾਲੇ ਆਉਂਦੇ ਹੈ। ਜਿੰਨਿਆਂ ਨਾਲ ਮਹਾਰਾਜ ਦੀ ਵਾਰਤਾਲਾਪ ਹੁੰਦੀ, ਜਿੰਨੇ ਮਹਾਰਾਜ ਨੂੰ ਮਿਲਦੇ ਹੈ, ਉਹਨਾਂ ਵਿੱਚੋਂ ਇਹ ਕਹ ਲਓ ਸਭ ਤੋਂ ਵੱਡਾ ਲੰਮਾ ਸੀ ਮਹਾਰਾਜ ਦੀ ਪ੍ਰਚਾਰ ਫਿਰਦਾ ਜੋਗੀਆਂ ਸਿੱਧਾਂ ਨਾਲ ਵਾਰਤਾਲਾਪ। ਜਦੋਂ ਮਹਾਰਾਜ ਇੱਥੇ ਆਉਂਦੇ ਹੈ, ਇੱਥੇ ਮਹਾਰਾਜ ਨੂੰ ਮਿਲਦੇ ਹੈ, ਉਹ ਕਹਿੰਦੇ ਤੁਸੀਂ ਆ ਕੱਪੜੇ ਜਿਹੜੇ ਸਾਨੂੰ ਜਦੋਂ ਸਵੇਰ ਪਰਬਤ ਤੇ ਮਿਲੇ ਸੀ ਉਹ ਲਾ ਕੇ ਸੰਸਾਰੀ ਪਹਿਨ ਲਏ ਜੇ, ਤੁਸੀਂ ਕਿਰਤ ਕਰਨ ਲੱਗ ਪਏ। ਮਹਾਰਾਜ ਕਹਿੰਦੇ ਹਾਂ ਮੇਰੇ ਬੱਚੇ ਵੀ ਨੇ, ਮੈਂ ਕਿਰਤ ਵੀ ਕਰਦਾ। ਮਹਾਰਾਜ ਕਹਿੰਦੇ ਸਾਰਾ ਕੁਝ ਗ੍ਰਸਤੀ ਹੈ ਮੈਂ। ਕਹਿੰਦੇ ਫਿਰ ਇਹਨਾਂ ਦਾ ਭਲਾ ਕਿਵੇਂ ਹੋਵੇਗਾ। ਮਹਾਰਾਜ ਕਹਿੰਦੇ ਇਹਨਾਂ ਦਾ ਭਲਾ ਹੋਵੇਗਾ। ਉਹਨਾਂ ਪੁੱਛਿਆ ਸੀ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਔਦੂ ਨਾਨਕ ਦੇ ਸੱਚਾ ਵਿਚਾਰੋ। ਉੱਥੇ ਮਹਾਰਾਜ ਨੇ ਕਿਹਾ ਸੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਮੈਂ ਸ਼ਬਦ ਸੁਰਤ ਦਾ ਸਮੇਲ ਦੇ ਕੇ ਚੱਲਿਆ ਆਪਣੇ ਸਿੱਖਾਂ ਨੂੰ। ਜਿਵੇਂ ਮੁਰਗਾਬੀ ਪਾਣੀ 'ਚ ਰਹਿ ਕੇ ਵੀ ਨਿਰਲੇਪ ਰਹਿੰਦੀ, ਕਮਲ ਦਾ ਫੁੱਲ ਚਿੱਕੜ 'ਚ ਰਹਿ ਕੇ ਨਿਰਲੇਪ ਰਹਿੰਦਾ, ਇਹ ਪਰਿਵਾਰ ਗ੍ਰਸਤ ਸਮਾਜ ਵਿੱਚ ਰਹਿ ਕੇ ਵੀ ਨਿਰਲੇਪ ਰਹਿਣਗੇ। ਮਹਾਰਾਜ ਨੇ ਇਹ ਗੱਲ ਕਹੀ। ਉਸ ਤੋਂ ਬਾਅਦ ਇਉਂ ਕਹਿ ਲਓ ਸਤਿਗੁਰੂ ਤੋਂ ਇੰਨੇ ਪ੍ਰਭਾਵਿਤ ਹੋਏ, ਅਖੀਰ ਦੀ ਜਿਹੜੀ ਸਮਾਪਤੀ ਵਾਲੀ ਮੈਂ ਤੁਕ ਵਰਤਣੀ ਹੈ, ਇੰਨਾ ਪ੍ਰਭਾਵਿਤ ਹੋ ਗਏ ਮਹਾਰਾਜ ਤੋਂ। ਉਹਨਾਂ ਨੇ ਇੱਕ ਸ਼ਬਦ ਵਰਤਿਆ, ਸਿੱਧ ਬੋਲਣ ਸ਼ੁਭ ਬਚਨ। ਇੱਥੇ ਆ ਕੇ ਮੈਂ ਸਮਾਪਤੀ ਕਰਨੀ ਸਾਰੀ ਵਿਚਾਰ ਦੀ। ਸਿੱਧ ਬੋਲਣ ਸ਼ੁਭ ਬਚਨ। ਜਿਹੜੇ ਸਿੱਧ ਗੁਰੂ ਨਾਨਕ ਸਾਹਿਬ ਨੂੰ ਕਿੰਨੇ ਸਵਾਲ ਕਰਦੇ ਆ, ਬਹੁਤ ਮਹਾਰਾਜ ਨੂੰ ਕਈ ਵਾਰ ਉੱਚਾ ਨੀਵਾਂ ਵੀ ਬੋਲਦੇ ਆ, ਉਹਨਾਂ ਨੇ ਅਖੀਰ ਦੇ ਉੱਤੇ ਆ ਕੇ ਸਾਰੇ ਹਥਿਆਰ ਸੁੱਟ ਦਿੱਤੇ ਗੁਰੂ ਨਾਨਕ ਸਾਹਿਬ ਦੇ ਅੱਗੇ ਤੇ ਇੱਕੋ ਸ਼ਬਦ ਵਰਤ ਦਿੱਤਾ। ਕਹਿਣ ਲੱਗੇ ਸਿੱਧ ਬੋਲਣ, ਭਾਈ ਸਾਹਿਬ ਦੇ ਬੋਲ ਨੇ, ਸਿੱਧ ਬੋਲਣ ਸ਼ੁਭ ਬਚਨ। ਸਾਰੇ ਸਿੱਧਾਂ ਨੇ ਮਿਲ ਕੇ ਗੁਰੂ ਨਾਨਕ ਮਹਾਰਾਜ ਦੀ ਸਿਫਤ ਵਿੱਚ ਇੱਕ ਸ਼ਬਦ ਕਿਹਾ। ਉਹ ਸ਼ਬਦ ਕੀ ਸੀ? ਧੰਨ ਨਾਨਕ ਤੇਰੀ ਵੱਡੀ ਕਮਾਈ। ਸਾਧ ਸੰਗਤ ਕੌਣ ਕਹਿ ਰਿਹਾ ਭਲਾ? ਸੱਜਣ ਨੇ ਨਹੀਂ ਕਿਹਾ, ਭੀਮੀਏ ਨੇ ਨਹੀਂ ਕਿਹਾ,
ਬਲੀ ਕੰਧਾਰੀ ਨੇ ਨਹੀਂ ਕਿਹਾ, ਮਲਕ ਭਾਗੋ ਨੇ ਨਹੀਂ ਕਿਹਾ, ਕਿਸੇ ਨੇ ਨਹੀਂ ਕਿਹਾ। ਇਹ ਕਿਉਂ ਕਹਿ ਰਹੇ ਨੇ? ਇਹ ਬੜੀਆਂ ਰਮਜ਼ਾਂ ਡੂੰਘੀਆਂ ਨੇ, ਕਿਉਂਕਿ ਕਮਾਈ ਉਹਨਾਂ ਨੇ ਇੰਨੀ ਕੀਤੀ ਸੀ, ਜਟਾਵਾਂ ਵਧਾ ਵਧਾ ਕੇ, ਸਰੀਰ ਨੂੰ ਦੁੱਖ ਦੇ ਦੇ ਕੇ ਪਤਾ ਨਹੀਂ ਕਿੰਨੀਆਂ ਸ਼ਕਤੀਆਂ ਹਾਸਲ ਕਰੀ ਬੈਠੇ ਸਨ। ਉਹ ਇੰਨੀਆਂ ਸ਼ਕਤੀਆਂ ਹਾਸਲ ਕਰਨ ਵਾਲੇ ਲੋਕ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਅਸੀਂ ਤਾਂ ਕੁਝ ਵੀ ਨਹੀਂ, ਤੁਹਾਡੀ ਕਮਾਈ ਬਹੁਤ ਵੱਡੀ ਹੈ। ਤੇ ਜੇ ਸਿੱਖੋ ਅੱਜ ਸਿੱਧ ਕਹਿਣ ਗੁਰੂ ਨਾਨਕ ਸਾਹਿਬ ਨੂੰ, ਤੁਹਾਡੀ ਕਮਾਈ ਬਹੁਤ ਵੱਡੀ ਹੈ। ਜਿਹੜੇ ਇੰਨਾ ਕੁਝ ਕਰਦੇ ਸਨ ਸਿੱਧ, ਸਮੇਰ ਪਰਬਤਾਂ ਤੇ ਬੈਠੇ ਨੇ ਕਸ਼ਟ ਝੱਲਣ ਵਾਲੇ, ਕਹਿਣ ਗੁਰੂ ਨਾਨਕ ਸਾਹਿਬ ਨੂੰ, ਕਹਿਣ ਤੁਹਾਡੀ ਕਮਾਈ ਬਹੁਤ ਵੱਡੀ ਹੈ। ਤੇ ਉਸ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਦੇਹਧਾਰੀਆਂ ਦੇ ਤੁਰਿਆ ਫਿਰੇ, ਕੰਨਾਂ 'ਚ ਮੰਤਰ ਲੈਂਦਾ ਫਿਰੇ, ਉਹ ਬਾਬਿਆਂ ਦੇ ਜਾ ਕੇ ਚੌਂਕੀਆਂ ਭਰਦਾ ਫਿਰੇ। ਸੋਚਣਾ ਚਾਹੀਦਾ ਹੈ, ਜਿਹਨੂੰ ਸਿੱਧ ਕਹਿਣ ਤੇਰੀ ਕਮਾਈ ਬਹੁਤ ਵੱਡੀ ਹੈ, ਉਹ ਸਿੱਖਾਂ ਨੇ ਉਸ ਗੁਰੂ ਨੂੰ ਜਾਣਿਆ ਹੀ ਨਹੀਂ। ਅਸੀਂ ਉਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਮਰਦ ਸੂਰਮੇ ਦਾ। ਅਸੀਂ ਮਰਦਾ ਗੰਬੜਾ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ ਆ ਨਾ, ਪਰ ਗੁਰੂ ਨਾਨਕ ਸਾਹਿਬ ਵੀ ਮਰਦ ਨੇ। ਉਹਨਾਂ ਦਾ ਕਦੇ ਬੋਲ ਪੜ੍ਹ ਕੇ ਦੇਖੋ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਕਾਨ ਨਾ ਕੀਜੇ। ਮਹਾਰਾਜ ਕਹਿੰਦੇ ਮੈਂ ਮੜੀਆਂ ਤੋਂ ਗੱਲ ਸ਼ੁਰੂ ਕੀਤੀ ਸੀ, ਜਿਹਨੇ ਮੇਰਾ ਸਿੱਖ ਬਣਨਾ ਉਹ ਆਪਣਾ ਸਿਰ ਵੱਢ ਕੇ ਆਵੇ। ਮੈਨੂੰ ਸਿਰਾਂ ਦੀ ਲੋੜ, ਵੱਢਿਆਂ ਹੋਇਆਂ ਦੀ ਲੋੜ ਹੈ। ਵੱਢਣ ਦਾ ਮਤਲਬ ਆਪਣਾ ਭਾਵ ਮਿਟਾ ਕੇ ਆਵੇ, ਉਹ ਮਰ ਕੇ ਆਵੇ ਮੇਰੇ ਕੋਲੇ, ਜਿਹਨੇ ਗੁਰੂ ਤੋਂ ਦਾਤ ਲੈਣੀ ਹੈ। ਸਤਿਗੁਰੂ ਕਿਰਪਾ ਕਰਨ। ਬਹੁਤ ਸ਼ਬਦ ਉੱਚੇ ਨੀਵੇਂ ਵੀ ਕਹੇ ਗਏ ਹੋਣਗੇ, ਮੇਰੀ ਭਾਵਨਾ ਗਲਤ ਨਹੀਂ ਹੈ, ਪਰ ਕਈ ਵਾਰ ਅਸੀਂ ਭਾਵਕ ਹੋ ਜਾਂਦੇ ਹਾਂ ਗੱਲ ਕਰਦੇ ਹਾਂ। ਜਦੋਂ ਦੇਖੀਦਾ ਹੈ ਵੀ ਏਡੀਆਂ ਵੱਡੀਆਂ ਬਖਸ਼ਿਸ਼ਾਂ ਨੇ ਗੁਰੂ ਮਹਾਰਾਜ ਦੀਆਂ, ਏਡੀ ਵੱਡੀ ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਰੂਪ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਦਿੱਤੀ, ਸ਼ਬਦ ਦੇ ਲੜ ਲਾਇਆ, ਪੂਰੇ ਜਗਤ ਦਾ ਭਲਾ ਕੀਤਾ। ਜਿਹੜਾ ਕੱਲ ਤਾਰਨ ਗੁਰੂ ਨਾਨਕ ਆਇਆ, ਜਿਹਨੂੰ ਸਾਰਾ ਜਗਤ ਆਪਣਾ ਗੁਰੂ ਕਹਿੰਦਾ ਹੈ, ਮੁਸਲਮਾਨ ਆਪਣਾ ਪੀਰ ਕਹੀ ਜਾਂਦੇ, ਹਿੰਦੂ ਆਪਣਾ ਕਹੀ ਜਾਂਦੇ, ਸਾਰਾ ਜਿਹਨੂੰ ਜਗਤ ਮੰਨਦਾ ਹੋਵੇ ਵੀ ਉਹ ਸਿੱਖਾਂ ਦੇ ਗੁਰੂ ਹੋਣ। ਸਾਨੂੰ ਤੇ ਮਹਾਰਾਜ ਨੇ ਕਿਰਪਾ ਕਰੀ, ਉਸ ਤੇ ਧਰਮ ਵਿੱਚੋਂ ਆ ਨਾ, ਅਸੀਂ ਤਾਂ ਵਡਿਆਈ ਕਰ ਰਹੇ ਹਾਂ ਵੀ ਇਸ ਧਰਮ ਸ਼ੁਰੂ ਮਹਾਰਾਜ ਉੱਥੋਂ ਕੀਤਾ, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ। ਉਹ ਜਿਹੜੇ ਦੂਸਰੇ ਸਨ ਉਹ ਇੰਨੀ ਵਡਿਆਈ ਕਰਨ ਮਹਾਰਾਜ ਦੀ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਭੌਰੇ ਬਣ ਜਾਣ। ਤੇ ਜਿੰਨਾ ਅਸੀਂ ਮੰਨਣ ਵਾਲੇ ਗੁਰੂ ਨਾਨਕ ਸਾਹਿਬ ਨੂੰ ਆ, ਤੇ ਫਿਰ ਅਸੀਂ ਕਿਉਂ ਭਟਕੇ ਫਿਰਦੇ ਹਾਂ, ਕਿਉਂ ਗੁੰਮਰਾਹ ਹੋ ਜਾਂਦੇ ਹਾਂ? ਗੁਰੂ ਕਿਰਪਾ ਕਰੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ। ਆਓ ਸਾਧ ਸੰਗਤ, ਇੱਕ ਵਾਰ ਸਾਰੀ ਸੰਗਤ ਜਿੰਨੇ ਆਪਾਂ ਬੈਠੇ ਆ ਨਾ, ਹਾਜ਼ਰੀ ਲਵਾਓ, ਇੱਕ ਵਾਰ ਰਸਨਾ ਪਵਿੱਤਰ ਕਰੋ, ਇੱਕ ਸ਼ਬਦ ਪੜ੍ਹੀਏ ਸਾਰੇ ਜਾਣੇ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਗਿਆਨ ਧਿਆਨ ਕਿਛ ਕਰਮ ਨ ਜਾਣਾ। ਕਰੋ ਕਿਰਪਾ ਸਾਰੇ। ਸਾਰ ਨ ਜਾਣਾ ਤੇਰੀ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ, ਉਹ ਗੁਰਮੁਖੋ ਐਡੀਆਂ ਵੱਡੀਆਂ ਬਖਸ਼ਿਸ਼ਾਂ। ਗੁਰ ਨਾਨਕ ਜਿਨ ਸੁਣਿਆ, ਸੁਣਿਆ ਹੀ ਕਿਹਾ ਹੈ, ਆਪਾਂ ਸੁਣਿਆ ਹੀ ਹੈ ਨਾ ਮਹਾਰਾਜ ਨੂੰ, ਪੇਖਿਆ, ਜਿਨ੍ਹਾਂ ਨੇ ਸੁਣਿਆ ਤੇ ਪੇਖਿਆ। ਗੁਰੂ ਅਰਜਨ ਸਾਹਿਬ ਐਡੀ ਵੱਡੀ ਬਖਸ਼ਿਸ਼ ਕਰ ਦਿੰਦੇ, ਕਹਿੰਦੇ ਸੇ ਉਹ ਜੀਵ ਗਰਭਾਸ ਨਾ ਭਰਿਆ ਰੇ। ਮਹਾਰਾਜ ਕਹਿੰਦੇ ਜਨਮ ਮਰਨ ਹੀ ਮੁੱਕ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਭੌਰੇ ਬਣ ਕੇ ਵੇਖੋ, ਜਨਮ ਮਰਨ ਹੀ ਖਤਮ ਹੋ ਜਾਂਦਾ। ਦਾਤਾਂ ਤੇ ਉਰੇ ਦੀਆਂ ਗੱਲਾਂ ਨੇ ਨਾ, ਉਹ ਤਾਂ ਜਨਮ ਮਰਨ ਮਿਟਾ ਦਿੰਦੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਕਿਹਾ ਗਿਆ ਕਿ ਸਤਜੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ, ਰਾਮ ਰਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ, ਕਲ ਜੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬ ਚੱਲਿਆ ਟਲ, ਆਦ ਪੁਰਖ ਫਰਮਾਇਓ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਆਪ ਜੀਆਂ ਨੂੰ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਮੇਰੇ ਕੋਲੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਸਾਰੀ ਸੰਗਤ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਮ